ਦੋਸਤੋ ਤੁਸੀਂ ਦੇਖ ਰਹੇ ਹੋ ASP TV। ਮੈਂ ਜਗਸੀਰ ਸਿੰਘ ਸੰਧੂ ਹਾਜ਼ਰਾਂ ਪ੍ਰੋਗਰਾਮ ਕੁੰਤਰੀ ਲਾਈਵ ਦੇ ਨਾਲ ਤੁਹਾਡਾ ਸਵਾਗਤ ਹੈ। ਸੋ ਕਿਹਾ ਜਾਂਦਾ ਵੀ ਦੁਨੀਆ ਉਮੀਦ ਦੇ ਉੱਪਰ ਜਿਉਂਦੀ ਆ, ਉਮੀਦ ਦੇ ਨਾਲ ਹੀ ਦੁਨੀਆ ਚੱਲਦੀ ਹੈ। ਸੋ ਇਸੇ ਉਮੀਦ ਦੇ ਨਾਲ ਹੀ ਅੱਜ ਗੱਲਬਾਤ ਸ਼ੁਰੂ ਕਰਾਂਗੇ, ਕਿਉਂਕਿ ਸਾਡੇ ਨਾਲ ਪਹੁੰਚੇ ਨੇ ਅੱਜ ਹੋਪ ਫਾਰ ਮਹਿਲ ਕਲਾਂ, ਇੱਕ ਜਿਹੜੀ ਨਵੀਂ ਮੁਹਿੰਮ ਸ਼ੁਰੂ ਹੋਈ ਹੈਗੀ, ਅਤੇ ਉਸ ਮੁਹਿੰਮ ਦੇ ਮਹਿਲ ਕਲਾਂ ਦੇ ਇੰਚਾਰਜ ਨੇ ਕੁਲਵੰਤ ਸਿੰਘ ਜੀ ਟਿੱਬਾ। ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅਤੇ ਗੱਲਬਾਤ ਦਾ ਵਿਸ਼ਾ ਆਪਣਾ ਉਹੀ ਰਹੂਗਾ ਜਿਹੜਾ ਕਿ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ, ਪੂਰੇ ਪੰਜਾਬ ਦੇ ਬੱਚੇ ਦੀ ਜ਼ੁਬਾਨ 'ਤੇ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਤੋਂ ਬਾਅਦ ਕਾਨੂੰਨ, ਅਤੇ ਹੁਣ ਤੱਕ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਰਾਸ਼ਟਰਪਤੀ ਦੇ ਜਿਹੜੇ ਸਾਈਨ ਆ ਉਹਨਾਂ ਦੇ ਉੱਪਰ ਹੋ ਚੁੱਕੇ ਆ, ਅਤੇ ਹੁਣ ਤਾਂ ਉਹ ਕਾਨੂੰਨ ਬਣ ਕੇ ਸਾਡੇ ਸਾਹਮਣੇ ਆ ਹੀ ਚੁੱਕੇ ਨੇਗੇ। ਖੇਤੀ ਕਾਨੂੰਨ ਦੇ ਨਾਂ ਨਾਲ ਵੀ ਜਾਣਿਆ ਜਾਊ ਉਹਨਾਂ ਨੂੰ। ਸੋ ਆਪਾਂ ਸਾਰੀ ਗੱਲਬਾਤ ਅੱਜ ਉਹਨਾਂ ਨਾਲ ਇਸੇ ਵਿਸ਼ੇ ਦੇ ਉੱਪਰ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਆਪਣਾ ਸਾਂਝਾ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਿੱਬਾ ਸਾਹਿਬ, ਆਰਡੀਨੈਂਸ ਆਏ, ਆਰਡੀਨੈਂਸਾਂ ਦਾ ਆਇਆ ਜਦੋਂ ਮਤਲਬ ਖਰੜਾ ਆਇਆ, ਉਹ ਖਰੜੇ ਦੇ ਉੱਪਰ ਆ ਕੇ ਰੌਲਾ ਪਿਆ। ਪਹਿਲਾਂ ਉਹ ਕੈਬਨਿਟ 'ਚ ਆਇਆ, ਕੈਬਨਿਟ 'ਚ ਕੁਝ ਤਰ੍ਹਾਂ ਚੁੱਪ ਰਹੀਆਂ ਜੀ। ਉਦੋਂ ਬਾਅਦ ਉਹ ਲੋਕ ਸਭਾ 'ਚ ਆ ਗਿਆ, ਲੋਕ ਸਭਾ 'ਚੋਂ ਰਾਜ ਸਭਾ ਚਲਿਆ ਗਿਆ, ਰਾਜ ਸਭਾ 'ਚ ਹੁੰਦਾ ਹੋਇਆ ਰਾਸ਼ਟਰਪਤੀ ਸਾਹਿਬ ਦੀ ਟੇਬਲ 'ਤੇ ਚਲਿਆ ਗਿਆ, ਜਿੱਥੇ ਉਹਨਾਂ ਦੇ ਉੱਪਰ ਸਾਈਨ ਹੋ ਗਿਆ ਰਾਸ਼ਟਰਪਤੀ ਸਾਹਿਬ ਦੇ, ਅਤੇ ਉਹ ਕਾਨੂੰਨ ਬਣ ਚੁੱਕਿਆ ਹੈਗਾ ਜੀ। ਸੋ ਕੀ ਸਮਝਦੇ ਹੋ ਜਿਹੜੇ ਇਹ 3 ਕਾਨੂੰਨ, ਜਿਹਨਾਂ ਨੂੰ ਅਸੀਂ ਕਾਲੇ ਕਾਨੂੰਨ ਦੇ ਨਾਂ ਨਾਲ ਵੀ ਜਾਣਾਂਗੇ ਜਾਂ ਇਹਨਾਂ ਨੂੰ ਖੇਤੀ ਕਾਨੂੰਨਾਂ ਦੇ ਨਾਂ ਨਾਲ ਵੀ ਗੱਲ ਕੀਤੀ ਜਾਂਦੀ ਹੈ, ਇਹਨਾਂ ਬਾਰੇ ਬਹੁਤੀ ਲੋਕਾਂ ਨੂੰ ਇਸ ਤਰ੍ਹਾਂ ਕਿਹਾ ਜਾਂਦਾ ਵੀ ਲੋਕਾਂ ਨੂੰ ਜਾਣਕਾਰੀ ਹੈ ਨਹੀਂ ਜੀ। ਹੇਠਲੇ ਪੱਧਰ 'ਤੇ ਰੌਲਾ ਜ਼ਿਆਦਾ ਪੈ ਰਿਹਾ ਹੈਗਾ, ਲੋਕਾਂ ਨੇ ਇਹਦੇ ਬਾਰੇ ਮਤਲਬ ਜਾਣਕਾਰੀ ਉਸ ਤਰ੍ਹਾਂ ਦੀ ਨਹੀਂ ਹੈ ਲੋਕਾਂ ਨੂੰ। ਨੈਸ਼ਨਲ ਚੈਨਲ ਇਸ ਗੱਲ ਨੂੰ ਉਭਾਰ ਵੀ ਰਹੇ ਨੇਗੇ। ਉਹ ਜ਼ਿਆਦਾਤਰ ਆ ਕੇ ਆਮ ਲੋਕਾਂ ਨਾਲ, ਜਿਵੇਂ ਧਰਨਿਆਂ ਮੁਜ਼ਾਹਰਿਆਂ ਜਦੋਂ ਇਕੱਠੇ ਹੁੰਦੇ ਆ, ਅਤੇ ਉਹ ਮਾਈਕ ਕਰ ਦਿੰਦੇ ਆ ਮੁੰਡਿਆਂ ਦੇ ਸਾਹਮਣੇ ਵੀ ਦੱਸੋ ਜੀ ਕੀ ਹੈ ਇਹਦੇ ਵਿੱਚ, ਅਤੇ ਉਹਦਾ ਕੋਈ ਜਵਾਬ ਤਕਰੀਬਨ ਮੈਨੂੰ ਲੱਗਦਾ ਵੀ ਢੁੱਕਵਾਂ ਜਵਾਬ ਆ, ਜਿਹੜਾ ਉਹ ਆਮ ਜਿਹੜੇ ਧਰਨਿਆਂ ਮੁਜ਼ਾਹਰਿਆਂ 'ਚ ਆਉਣ ਵਾਲੇ ਲੋਕ ਉਹਨਾਂ ਕੋਲ ਨਹੀਂ ਹੈ। ਉਹਨਾਂ ਕੋਲ ਤਾਂ ਹੋਣਾ ਕੀ ਆ, ਆਗੂਆਂ ਕੋਲ ਵੀ ਬਹੁਤ ਘੱਟ ਹੈ। ਸਿਰਫ ਉਹ ਕਹਿੰਦੇ ਵੀ ਕਿ ਇਹ ਸਾਡੇ ਬਹੁਤ ਵਿਰੋਧੀ ਹੈ ਜੀ। ਅੱਜ ਅਸੀਂ ਚਾਹਾਂਗੇ ਵੀ ਤੁਸੀਂ ਇਹਨਾਂ ਬਾਰੇ ਸਾਡੇ ਨਾਲ ਡਿਟੇਲ ਦੇ ਵਿੱਚ ਦੱਸੋ, ਕਿਉਂਕਿ ਤੁਸੀਂ ਇਹਨਾਂ ਨੂੰ ਪੜ੍ਹਿਆ ਵੀ ਹੈ, ਵਾਚਿਆ ਵੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਡੀਆਂ ਸਪੀਚਾਂ ਜਿਹੜੀਆਂ ਇਸ ਮਾਮਲੇ ਦੇ ਉੱਪਰ 25 ਵਾਲੇ ਬੰਦ ਦੇ ਦੌਰਾਨ ਵੀ ਕਾਫੀ ਚਰਚਿਤ ਰਹੀਆਂ ਨੇਗੀਆਂ। ਡਿਟੇਲ ਦੇ ਵਿੱਚ ਸਮਝਾਓ ਵੀ ਇਹ ਅਸਲ ਹੈ ਕੀ ਹੈ ਇਹ ਮਾਮਲਾ। ਜੀ ਸੰਧੂ ਸਾਹਿਬ, ਦੇਖੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਆਮ ਪਬਲਿਕ ਦੇ ਵਿੱਚ ਗਰਾਊਂਡ ਲੈਵਲ 'ਤੇ ਇੱਕ ਤੌਖਲਾ ਜਿਹੜਾ ਹੈਗਾ ਕਿਸਾਨਾਂ ਨੂੰ ਉਹ ਜ਼ਰੂਰ ਹੈ ਕਿ ਕਾਲੇ ਕਾਨੂੰਨ ਨੇ ਸਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ, ਸਾਡੀ ਮੌਤ ਦੇ ਡੈਥ ਵਾਰੰਟ 'ਤੇ ਇੱਕ ਤਰ੍ਹਾਂ ਨਾਲ ਸਾਈਨ ਕਰਤੇ। ਸਧਾਰਨ ਚਰਚਾ ਪਿੰਡਾਂ ਦੇ ਵਿੱਚ, ਸੱਥਾਂ ਦੇ ਵਿੱਚ, ਗਲੀਆਂ ਦੇ ਵਿੱਚ ਇਹ ਹੈ। ਉਹਦਾ ਕਾਰਨ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਜਿਹੜੀ ਕਿਸਾਨੀ ਹੈ ਉਹ ਜਿਹੜਾ ਹੈਗਾ ਐਕਟ ਵਗੈਰਾ ਉਹ ਮੰਨ ਲਓ ਨਹੀਂ ਪੜ੍ਹਦੇ ਹੈਗੇ, ਪ੍ਰੋਪਰ ਉਹਨਾਂ ਨੂੰ ਜਾਣਕਾਰੀ ਨਹੀਂ ਹੈ। 25 ਦੇ ਬੰਦ ਦੇ ਵਿੱਚ ਜਦੋਂ ਤੱਕ ਮੈਂ ਦੇਖਿਆ ਕਈ ਆਗੂਆਂ ਦੇ ਮੈਂ ਸਪੀਚਾਂ ਸੁਣੀਆਂ, ਪਰ ਪ੍ਰੋਪਰ ਜਿਹੜਾ ਹੈਗਾ ਡਿਟੇਲ ਦੇ ਨਾਲ ਜਾਣਕਾਰੀ ਮੰਨ ਲਓ ਉਹ ਸਾਹਮਣੇ ਨਹੀਂ ਆ ਸਕੀ ਜਿਸ ਤਰ੍ਹਾਂ ਦੀ ਮੰਨ ਲਓ ਹੋਣੀ ਚਾਹੀਦੀ ਸੀ। ਸ਼ੇਰਪੁਰ ਬੰਦ ਦੇ ਦੌਰਾਨ ਜਿਹੜਾ ਹੈਗਾ ਮੈਨੂੰ ਉੱਥੇ ਜਥੇਬੰਦੀਆਂ ਦੇ ਇਕੱਠ ਦੇ ਵਿੱਚ ਬੋਲਣ ਦਾ ਮੌਕਾ ਮਿਲਿਆ, ਅਤੇ ਲਗਭਗ 15-20 ਮਿੰਟ ਮੈਂ ਉੱਥੇ ਬੋਲਿਆ, ਅਤੇ ਮੈਂ ਕੋਸ਼ਿਸ਼ ਕੀਤੀ ਕਿ ਸਾਰਾ ਜਿਹੜਾ ਇਹ ਖੇਤੀ ਆਧਾਰਿਤ 3 ਬਿੱਲ ਹੈ ਉਹਨਾਂ ਨੂੰ ਡਿਟੇਲ ਨਾਲ ਜਿਹੜਾ ਹੈਗਾ ਮੈਂ ਉੱਥੇ ਡਿਸਕਸ ਕੀਤਾ, ਅਤੇ ਲੋਕਾਂ ਨੇ ਉਹਦੀ ਪ੍ਰਸ਼ੰਸਾ ਵੀ ਕੀਤੀ ਕਿ ਵਾਕਈ ਸਾਨੂੰ ਕੋਈ ਸੱਚਮੁੱਚ ਜਿਹੜਾ ਹੈਗਾ ਸਮਝ ਲੱਗੀ ਗੱਲ ਕਿ ਅਸੀਂ ਅੱਜ ਇਸ ਧਰਮ ਦੇ ਵਿੱਚ ਕਿਉਂ ਆਏ ਹਾਂ, ਇਹ ਕਿਸ ਤਰ੍ਹਾਂ ਸਾਡੇ ਖਿਲਾਫ ਹੈਗਾ। ਤੁਸੀਂ ਇਹ ਬਹੁਤ ਜਿਹੜਾ ਹੈਗਾ ਇੱਕ ਚੰਗਾ ਕਾਰਜ ਕੀਤਾ ਕਿ ਤਾਂ ਕਿ ਹੋਰ ਜਿਹੜੇ ਲੋਕ ਸਾਨੂੰ ਇਸ TV ਰਾਹੀਂ ਦੇਖ ਰਹੇ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸਲ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਵਿੱਚ ਹੈ ਕਿ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਦੇ ਲਈ ਇਹ ਕਾਨੂੰਨ ਘਾਤਕ ਕਿਉਂ ਨੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਜਿਹੜਾ ਜ਼ਰੂਰੀ ਵਸਤਾਂ ਸੋਧ ਬਿੱਲ, ਪਹਿਲਾ ਬਿੱਲ ਜਿਹੜਾ ਪਾਸ ਕੀਤਾ ਗਿਆ, ਉਹ ਬਹੁਤ ਅਹਿਮ ਹੈ। ਉਹ ਜਿਹੜਾ ਇੱਕ ਪ੍ਰਚਾਰ ਹੋ ਰਿਹਾ ਕਿ ਜੀ ਇਹ ਇਕੱਲੇ ਕਿਸਾਨਾਂ ਦਾ ਮਸਲਾ ਹੈ ਜਾਂ ਜਿਹੜਾ ਹੈਗਾ ਆੜ੍ਹਤੀਆਂ ਦਾ ਮਸਲਾ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਸਮੁੱਚੇ ਪੰਜਾਬੀਆਂ ਦਾ, ਪੂਰੇ ਦੇਸ਼ ਵਾਸੀਆਂ ਦਾ ਮਸਲਾ ਹੈ। ਇਹਦੇ ਨਾਲ ਕਿਰਤੀ ਲੋਕਾਂ ਦਾ ਭਵਿੱਖ ਵੀ ਜੁੜਿਆ ਹੋਇਆ ਹੈ। ਜਿੱਥੇ ਕਿਸਾਨਾਂ ਦਾ ਭਵਿੱਖ ਪ੍ਰਭਾਵਿਤ ਹੋਏਗਾ ਉੱਥੇ ਕਿਰਤੀ ਲੋਕਾਂ ਦਾ ਵੀ ਹੋਏਗਾ। 1955 ਦੇ ਵਿੱਚ ਜਿਹੜਾ ਇੱਕ ਐਕਟ ਪਾਸ ਹੋਇਆ ਜਿਹਨੂੰ ਜ਼ਰੂਰੀ ਵਸਤਾਂ ਦੇ ਉੱਤੇ ਭੰਡਾਰਨ ਦੇ ਉੱਤੇ ਰੋਕ ਲਗਾਈ ਗਈ ਸੀ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਸੀਂ ਕਿਸਾਨੀ ਦਾ ਪਿਛੋਕੜ ਦੇਖਦੇ ਹਾਂ, ਅੰਗਰੇਜ਼ਾਂ ਦੇ ਵੇਲੇ ਜਿਹੜਾ ਹੈਗਾ ਜ਼ਮੀਂਦਾਰਾਂ ਪ੍ਰਥਾ ਹੁੰਦੀ ਸੀਗੀ। ਇੱਕ ਤਰ੍ਹਾਂ ਨਾਲ ਕਾਮੇ ਦੇ ਰੂਪ ਦੇ ਵਿੱਚ ਕਿਸਾਨ ਕੰਮ ਕਰਦਾ ਸੀ, ਅਤੇ ਜ਼ਿਮੀਂਦਾਰ ਉਹ ਤੋਂ ਜਿਹੜਾ ਹੈਗਾ ਟੈਕਸ ਦੇ ਰੂਪ ਦੇ ਵਿੱਚ ਜਾਂ ਪੈਸੇ ਜਿਹੜੇ ਹੈਗੇ ਸੀ ਉਹਨੂੰ ਲੈ ਕੇ ਮਜ਼ਦੂਰੀ ਕਰਨ ਦੇ ਲਈ ਰੱਖਿਆ ਹੋਇਆ ਸੀ ਜੀ। ਉਸ ਤੋਂ ਬਾਅਦ ਜਦੋਂ ਉਹ ਐਕਟ ਆਇਆ ਅਤੇ ਉਹਦੇ ਰਾਹੀਂ ਜਿਹੜਾ ਹੈਗਾ ਆੜ੍ਹਤੀਆ ਸਿਸਟਮ ਪੰਜਾਬ ਦੇ ਵਿੱਚ ਆਇਆ।
ਜੀ ਇੱਕ ਤਰ੍ਹਾਂ ਨਾਲ ਰੈਗੂਲੇਟ ਕੀਤਾ ਮੰਡੀਆਂ ਨੂੰ ਪੰਜਾਬ ਸਰਕਾਰ ਨੇ। ਜਿਹੜਾ ਆਪਾਂ 1955 ਦੇ ਐਕਟ ਦੀ ਗੱਲ ਕਰ ਰਹੇ ਸੀ, ਐਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਐਕਟ ਜਿਹੜਾ 2020 ਆਇਆ, ਉਹਦੇ ਵਿੱਚ ਕੀ ਸੀ ਕਿ ਜਿਹੜੇ ਵਪਾਰੀ ਵਰਗ ਹੈ, ਕਾਰਪੋਰੇਟ ਘਰਾਣੇ ਹੈ, ਉਹ ਜਿਹੜੀਆਂ ਜ਼ਰੂਰੀ ਵਸਤਾਂ ਨੇ ਜਿਹਦੇ ਵਿੱਚ ਕਣਕ ਆਉਂਦੀ ਹੈ, ਚਾਵਲ ਆਉਂਦਾ, ਆਲੂ, ਪਿਆਜ਼ ਤੇ ਜਿਹੜੇ ਤੇਲ ਵਾਲੇ ਬੀਜ ਨੇ, ਉਹਨਾਂ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਉਹ ਜ਼ਰੂਰੀ ਵਸਤੂਆਂ ਦੇ ਵਿੱਚ ਆਉਂਦੀਆਂ ਨੇ। ਇੱਕ ਸੂਚੀ ਹੈ ਪੰਜਾਬ ਸਰਕਾਰ ਦੀ, ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਇੱਕ ਲਿਮਟ ਤੱਕ ਜਿਹੜਾ ਹੈਗਾ ਵਪਾਰੀ ਵਰਗ, ਉਹ 200 ਕੁਆਂਟਲ ਦੀ ਲਿਮਟ ਸੀ, 200 ਕੁਆਂਟਲ ਤੱਕ ਜਿਹੜਾ ਹੈਗਾ ਉਹ ਆਪਣੇ ਭੰਡਾਰ ਜਿਹੜਾ ਹੈਗਾ ਕਿਤੇ ਸਟੋਰ ਦੇ ਵਿੱਚ ਕਰ ਸਕਦਾ ਸੀ ਜੀ। ਪਰ ਹੁਣ ਇਸ ਜਿਹੜੀ ਅਮੈਂਡਮੈਂਟ ਕੀਤੀ ਹੈ ਇਹਨਾਂ ਨੇ, ਜ਼ਰੂਰੀ ਵਸਤਾਂ ਸੋਧ ਬਿੱਲ 2020 ਦੇ ਵਿੱਚ ਜਿਹੜਾ ਪਹਿਲਾ ਕਾਨੂੰਨ ਲੈ ਕੇ ਆਏ ਆ ਇਹ ਜੀ, ਉਹਦੇ 'ਚ ਕੀ ਕੀਤਾ, ਉਹ ਜਿਹੜੀ ਲਿਮਟ ਸੀ ਉਹ ਚੱਕ ਦਿੱਤੀ ਜੀ। ਇਹ ਭੁਲੇਖਾ ਕੀ ਪਾ ਰਹੇ ਨੇ ਜਿਹੜੇ ਸੈਂਟਰ ਗੌਰਮੈਂਟ ਹੈ, ਭਾਜਪਾ ਸਰਕਾਰ ਹੈ, ਉਹ ਕਹਿ ਰਹੇ ਦੇਖੋ ਜੀ ਅਸੀਂ ਖੁੱਲ੍ਹ ਦੇਤੀ, ਕਿਸਾਨ ਨੂੰ ਵੀ ਦੇਤੀ ਤੇ ਵਪਾਰੀਆਂ ਨੂੰ ਵੀ ਦੇਤੀ, ਇਹਦੇ ਨਾਲ ਜਿਹੜਾ ਹੈਗਾ ਦੋਵੇਂ ਧਿਰਾਂ ਦਾ ਫਾਇਦਾ ਹੋਏਗਾ। ਫਾਇਦਾ ਕੀ ਹੋਏਗਾ? ਦੇਖੋ ਜਦੋਂ ਅਸੀਂ ਦੇਸ਼ ਦੇ ਵਿੱਚ ਦੇਖਦੇ ਹਾਂ ਜਾਂ ਪੰਜਾਬ ਦੇ ਅੰਦਰ ਦੇਖਦੇ ਹਾਂ ਤਾਂ ਲਗਭਗ 80% ਜਿਹੜਾ ਕਿਸਾਨ ਹੈ ਉਹ ਜਿਹੜਾ ਹੈਗਾ 5 ਏਕੜ ਤੋਂ ਘੱਟ ਜ਼ਮੀਨ ਦਾ ਮਾਲਕ ਹੈ। ਇਸ ਕਰਕੇ ਅਸੀਂ ਨਹੀਂ ਸਮਝਦੇ ਕਿ ਉਹਨਾਂ ਕੋਲ ਇੰਨੀ ਸਮਰੱਥਾ ਹੈ ਕਿ ਉਹ 200-300 ਕੁਆਂਟਲ ਜਿਹੜਾ ਹੈਗਾ, ਇੰਨੀ ਤਾਂ ਉਹਦੀ ਖੁਦ ਦੀ ਫਸਲ ਨਹੀਂ ਹੁੰਦੀ ਹੋਣੀ ਕਿ ਉਹ ਜਿਹੜਾ ਹੈਗਾ ਕਿਤੇ ਮੰਨ ਲਓ ਸਟੋਰ ਕਰਕੇ ਰੱਖ ਲੇ। ਜੇ ਆਲੂ ਸਟੋਰ ਕਰੇਗਾ ਉਹਦੇ ਵਾਸਤੇ ਨੂੰ ਸਪੈਸ਼ਲ ਜਿਹੜਾ ਹੈਗਾ ਪ੍ਰਬੰਧ ਕੋਲਡ ਸਟੋਰ ਬਣਾਉਣੇ ਪੈਣਗੇ। ਬਹੁਤ ਵੱਡਾ ਜਿਹੜਾ ਹੈਗਾ ਕਿ ਮਤਲਬ ਵਪਾਰੀ ਕਿਸਮ ਦਾ ਕੰਮ ਹੈ। ਉਸ ਲੈਵਲ ਦੀ ਸਮਰੱਥਾ ਪੰਜਾਬ ਦੇ ਕਿਸਾਨ ਕੋਲ ਨਹੀਂ ਹੈ, ਕਿਉਂਕਿ ਲਗਾਤਾਰ ਜਿਹੜਾ ਹੈਗਾ ਉਹ ਆਰਥਿਕਤਾ ਉਹਦੀ ਡਾਊਨ ਜਾ ਰਹੀ ਹੈ, ਖੁਦਕਸ਼ੀਆਂ ਦਾ ਰੁਝਾਨ ਪੰਜਾਬ ਦੇ ਅੰਦਰ ਵੱਧ ਰਿਹਾ ਹੈ। ਜਦੋਂ ਅਸੀਂ ਇਸ ਬਿੱਲ ਨੂੰ ਦੇਖਦੇ ਹਾਂ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਟੋਰ ਕਰਨ ਦੀ ਖੁੱਲ੍ਹ ਦੇਣ ਜਾ ਰਹੀ ਹੈ, ਨਾ ਕਿ ਕਿਸਾਨਾਂ ਨੂੰ। ਕਿਸਾਨਾਂ ਦਾ ਸਿਰਫ ਜਿਹੜਾ ਹੈਗਾ ਨਾਂ ਵਰਤਿਆ ਜਾ ਰਿਹਾ, ਜਦ ਕਿ ਅਸਲ ਫਾਇਦਾ ਮੋਦੀ ਸਰਕਾਰ ਜਿਹੜਾ ਹੈਗਾ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਜਦੋਂ ਹੁਣ ਇਹ ਗੱਲ ਵੀ ਕਿਸੇ ਨੇ ਫਸਲ ਆਉਣ ਤੋਂ ਪਹਿਲਾਂ ਹੀ ਖਾਧੀ ਜਾਂਦੀ ਹੈ। ਬਿਲਕੁਲ ਕਿਸਾਨ ਤਾਂ ਮਤਲਬ ਉਹਨੇ ਕਿ ਤਾਂ ਖਰਚ ਹੀ ਬੈਠਾ ਹੁੰਦਾ, ਉਹਦਾ ਆਸ ਹੁੰਦੀ ਹੈ ਵੀ ਆਊਗੀ ਤਾਂ ਪਿਛਲਾ ਮੋੜ ਦੂ, ਨਵਾਂ ਅਗਲਾ ਲੈ ਲੈਣਗੇ ਜੀ ਜੀ। ਜੇ ਹੁਣ ਮੈਨੂੰ ਸੌਖੇ ਤਰੀਕੇ ਨਾਲ ਸਮਝਾਉਣਾ ਹੋਵੇ ਤਾਂ ਉਹਦੇ 'ਚ ਇਹ ਹੈ ਵੀ ਜਿਹੜਾ ਉਹਨਾਂ ਨੇ ਹੁਣ ਮੱਦ ਉਹਨਾਂ ਨੇ ਵੀ ਰੱਖੀ ਆ, ਹੁਣ ਉਹਦੇ 'ਚ ਦੋ ਗੱਲਾਂ ਕੀਤੀਆਂ ਨੇ ਸੈਂਟਰ ਗੌਰਮੈਂਟ ਨੇ ਪਹਿਲੇ ਜ਼ਰੂਰੀ ਵਸਤਾਂ ਸੋਧ ਬਿੱਲ ਦੇ ਵਿੱਚ। 1955 ਦਾ ਐਕਟ ਭੰਗ ਕਰਕੇ ਜੀ ਪਹਿਲਾਂ ਤਾਂ ਕਿਸੇ ਵੀ ਸਮੇਂ ਵੀ ਜਿਹੜਾ ਹੈਗਾ 200 ਕੁਆਂਟਲ ਦੀ ਸਮਰੱਥਾ ਤੋਂ ਵੱਧ ਸਟੋਰ ਨਹੀਂ ਸੀ ਕਰ ਸਕਦਾ। ਹੁਣ ਉਹਨੇ ਦੋ ਗੱਲਾਂ ਜੋੜਤੀਆਂ ਮੋਦੀ ਸਰਕਾਰ ਨੇ ਵਿੱਚ, ਇੱਕ ਤਾਂ ਜਦੋਂ ਯੁੱਧ ਲੱਗਿਆ ਹੋਵੇ ਜੀ, ਦੂਸਰਾ ਜਦੋਂ ਕੋਈ ਰਾਸ਼ਟਰੀ ਵਿਪਤਾ ਹੋਵੇ ਰਾਸ਼ਟਰ ਦੇ ਉੱਤੇ, ਦੇਸ਼ ਦੇ ਉੱਤੇ, ਉਹਨਾਂ ਵੇਲਿਆਂ 'ਚ ਨਹੀਂ ਸਟੋਰ ਕਰ ਸਕਦਾ। ਬਾਕੀ ਨਾਰਮਲ ਸਮੇਂ ਜਿਹੜਾ ਹੈਗਾ ਵਪਾਰੀ ਵਰਗ ਇਹ ਜ਼ਰੂਰੀ ਵਸਤਾਂ ਨੂੰ ਸਟੋਰ ਕਰ ਸਕਦਾ ਹੈ। ਜਦੋਂ ਸਟੋਰ ਕਰੇਗਾ, ਵੱਡੀ ਮਾਤਰਾ 'ਚ ਸਟੋਰ ਕਰੇਗਾ, ਇਕਨੋਮਿਕਸ ਦਾ ਇੱਕ ਸਧਾਰਨ ਜਿਹਾ ਫੰਡਾ ਹੈ, ਉਹ ਜਿਹੜਾ ਡਿਮਾਂਡ ਤੇ ਸਪਲਾਈ ਤੇ ਟਿਕਿਆ ਹੋਇਆ ਹੈ। ਬਿਲਕੁਲ। ਜਦੋਂ ਜਿਹੜੀ ਹੈਗੀ ਆ ਸਪਲਾਈ ਵੱਧ ਜਾਂਦੀ ਹੈ ਤਾਂ ਡਿਮਾਂਡ ਘਟ ਜਾਂਦੀ ਹੈ, ਜਦੋਂ ਡਿਮਾਂਡ ਵੱਧ ਜਾਂਦੀ ਹੈ ਤਾਂ ਸਪਲਾਈ ਘਟਾ ਦਿਓ, ਡਿਮਾਂਡ ਵੱਧ ਜੂਗੀ। ਹੁਣ ਇਹ ਵਪਾਰੀ ਵਰਗ ਦੇ ਹੱਥਾਂ 'ਚ ਦਿੱਤਾ ਉਹਨਾਂ ਨੇ ਕਿ ਤੁਸੀਂ ਦੇਸ਼ ਵਾਸੀਆਂ ਨੂੰ, ਪੰਜਾਬੀਆਂ ਨੂੰ ਜਾਂ ਦੇਸ਼ ਦੇ ਗਰੀਬ ਕਿਰਤੀ ਮਜ਼ਦੂਰ ਕਿਸਾਨ ਨੂੰ ਜਿਹੜਾ ਹੈਗਾ ਜਿਵੇਂ ਦੋਵੇਂ ਹੱਥੀਂ ਲੁੱਟੋ। ਉਹਦੇ ਨਾਲ ਕੀ ਹੋਏਗਾ? ਜੇ ਆਪਾਂ ਸਮਝੀਏ ਟਿੱਬਾ ਸਾਹਿਬ ਸਾਡੇ ਸਾਹਮਣੇ ਆਮ ਲੋਕਾਂ ਨੂੰ ਸਮਝਾਉਣ ਦੀ ਗੱਲ ਹੈਗੀ ਤਾਂ ਆਲੂ ਤੇ ਪਿਆਜ਼ ਆਪਾਂ ਉਹਦੀ ਇੱਕ ਉਦਾਹਰਨ ਰੱਖ ਸਕਦੇ ਹਾਂਗੇ। ਜਦੋਂ ਕਿਸਾਨਾਂ ਕੋਲੇ ਹੁੰਦਾ ਤਾਂ ਉਹ 2 ਰੁਪਏ ਕਿਲੋ ਲੈ ਲੈਂਦੇ ਆ, ਤੇ ਫਿਰ ਉਹ ਜਦੋਂ ਸਪਲਾਈ ਰੋਕ ਦਿੰਦੇ ਆ ਮਗਲੇ ਦਿਨਾਂ ਸਾਨੂੰ ਪਤਾ ਵੀ ਪਿਆਜ਼ ਵੀ 100 ਰੁਪਏ ਕਿਲੋ ਵਿਕੀ ਗਿਆ, 150 ਰੁਪਏ ਕਿਲੋ ਤੱਕ ਵੀ ਵਿਕੀ ਗਿਆ। ਹੁਣ ਜਿਹੜਾ ਆਉਣ ਵਾਲੇ ਸਮੇਂ 'ਚ 300 ਵੀ ਵਿਕ ਸਕਦਾ ਹੈ, ਇਹ ਕੋਈ ਅਤਕਥਨੀ ਗੱਲ ਨਹੀਂ, ਕਿਉਂਕਿ ਜਿਹੜਾ ਇਹ ਕਾਨੂੰਨ ਪਾਸ ਕੀਤਾ ਇਹਦਾ ਅਸਰ ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ। ਨਹੀਂ ਹੁਣ ਕੱਲੇ ਮਤਲਬ ਉਦੋਂ ਤਾਂ ਆਪਾਂ ਕੱਲੇ ਆਲੂ ਪਿਆਜ਼ ਦੀ ਗੱਲ ਕਰਦੇ, ਹੁਣ ਤਾਂ ਪਤਾ ਹੀ ਨਹੀਂ ਕੀ ਮਤਲਬ ਦਾਲਾਂ ਤੇ ਕੀ ਬਣੂਗਾ। ਜਦੋਂ ਜਿਹੜਾ ਹੈਗਾ ਕਾਰਪੋਰੇਟ ਅਸੀਂ ਵਰਤਦੇ ਹਾਂ ਸਰੋਂ ਦਾ ਜਾਂ ਰਿਫਾਈਨਡ ਆ, ਉਹਦਾ ਕੀ ਹਾਲ ਹੋਊਗਾ। ਹੁਣ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਜਿਹੜੇ ਸਾਡੇ ਦਰਸ਼ਕ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਦਾ। ਮੰਨ ਲਓ ਕੋਈ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਸਰੋਂ ਦੇ ਤੇਲ ਦੀ ਘਾਟ ਪੈ ਗਈ ਜਾਂ ਕੋਈ ਕਿਸੇ ਹੋਰ ਮਸਾਲੇ ਦੀ ਘਾਟ ਪੈ ਗਈ, ਇਸ ਤਰ੍ਹਾਂ ਦੀ ਕੋਈ ਕਿਸੇ ਚੀਜ਼ ਦੀ ਮੰਨ ਲਓ ਘਾਟ ਪੈ ਗਈ, ਤਾਂ ਉਹ ਜਦੋਂ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਹੋਊਗਾ ਤਾਂ ਕੁਦਰਤੀ ਆ ਵੀ ਉਹਦੇ ਰੇਟ ਵੱਧ ਜਾਣਗੇ। ਮੰਨ ਲਓ ਤੁਹਾਨੂੰ ਜਾਂ ਮੈਨੂੰ ਪਤਾ ਲੱਗ ਗਿਆ ਕਿ ਫਲਾਨੇ ਜਿਹੜਾ ਹੈਗਾ ਵਪਾਰੀ ਦੇ ਸਟੋਰ ਦੇ ਵਿੱਚ ਜਿਹੜਾ ਹੈਗਾ 1000 ਕੁਆਂਟਲ ਮੰਨ ਲਓ ਜਿਹੜਾ ਹੈਗਾ ਤੇਲ ਭੰਡਾਰ ਪਿਆ ਜਾਂ ਮਸਾਲੇ ਪਏ ਹੈ, ਅਸੀਂ ਪੁਲਿਸ ਕੋਲ ਜਾਵਾਂਗੇ, ਦੇਖੋ ਜੀ ਮਾਰਕੀਟ ਦੇ ਵਿੱਚ ਇਹ ਚੀਜ਼ਾਂ ਆ ਨਹੀਂ ਰਹੀਆਂ, ਉਹਨੇ ਜਿਹੜਾ ਹੈਗਾ ਸਟੋਰ ਕਰਕੇ ਰੱਖਿਆ ਕਿਉਂਕਿ ਇਨਲੀਗਲ ਕੰਮ ਹੈ, ਵੀ ਤੁਸੀਂ ਉਹਦੇ ਛਾਪਾ ਮਾਰੋ। ਪਹਿਲਾਂ ਜਦੋਂ 1955 ਦੇ ਐਕਟ 'ਚ ਕੋਈ ਪਤਾ ਲੱਗਦਾ ਸੀ ਵੀ ਸਟੋਰ ਕੀਤਾ ਤਾਂ ਉਹ 'ਤੇ ਕਾਰਵਾਈ ਹੁੰਦੀ ਸੀ ਤੇ 7 ਸਾਲ ਦੀ ਸਜ਼ਾ ਵੀ ਹੁੰਦੀ ਸੀ। ਪਰ ਹੁਣ ਜਦੋਂ ਅਸੀਂ ਕਿਸੇ ਪੁਲਿਸ ਅਧਿਕਾਰੀ ਨੂੰ ਜਾਂ ਪੁਲਿਸ ਨੂੰ ਲੈ ਕੇ ਜਾਵਾਂਗੇ, ਬੇਸ਼ੱਕ ਉਹਨਾਂ ਨੇ ਉੱਥੇ ਸਮਾਨ ਬਰਾਮਦ ਵੀ ਕਰ ਲਿਆ, ਉਹ ਕਹਿਣਗੇ ਜੀ ਆ ਮੋਦੀ ਸਰਕਾਰ ਨੇ ਅਮੈਂਡਮੈਂਟ ਐਕਟ ਪਾਸ ਕੀਤਾ 2020 ਦੇ ਵਿੱਚ, ਹੁਣ ਨਾ ਤਾਂ ਯੁੱਧ ਲੱਗਿਆ ਹੋਇਆ, ਨਾ ਕੋਈ ਰਾਸ਼ਟਰੀ
ਵਿਪਤਾ ਗਈ। ਇਸ ਕਰਕੇ ਉਹ ਜਿਹੜਾ ਹੈਗਾ ਕਾਨੂੰਨ ਵੀ ਉੱਥੇ ਕੋਈ ਕਾਰਵਾਈ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਵੀ ਤੁਸੀਂ ਜਿੰਨਾ ਮਰਜ਼ੀ ਭੰਡਾਰ ਕਰੋ। ਇੱਕ ਤਰ੍ਹਾਂ ਨਾਲ ਇਹਦੇ ਨਾਲ ਬਾਜ਼ਾਰ ਪ੍ਰਭਾਵਿਤ ਹੋਏਗਾ, ਲੁੱਟਣ ਦਾ ਲਾਇਸੈਂਸ ਦੇਤਾ ਉਹਨਾਂ ਨੂੰ। ਬਿਲਕੁਲ ਬਿਲਕੁਲ ਉਹਨਾਂ ਦੇ ਕੰਟਰੋਲ 'ਚ ਚਲਿਆ ਗਿਆ ਬਾਜ਼ਾਰ ਨੂੰ। ਉਹ ਜਦੋਂ ਮਰਜ਼ੀ ਜਿਹੜਾ ਲਗਾਮ ਉਹਨਾਂ ਦੇ ਹੱਥ 'ਚ ਆ ਗਈ, ਮਹਿੰਗਾਈ ਵਧਾਉਣੀ ਆ ਘਟਾਉਣੀ ਆ, ਉਹ ਸਾਰਾ ਹੈਗਾ ਇਸ ਤਰੀਕੇ ਨਾਲ ਉਹ ਡੀਲ ਕਰਨਗੇ। ਸਭ ਤੋਂ ਵੱਡਾ ਕਾਰਨ ਇਹ ਸਮਝਦੇ ਆ ਕਿ ਇਕੱਲੇ ਕਿਸਾਨ ਤੇ ਨਹੀਂ, ਮਜ਼ਦੂਰ ਵੀ ਪ੍ਰਭਾਵਿਤ ਹੋਏਗਾ, ਛੋਟੇ ਕਿਸਾਨ ਨੇ ਜਿਹੜੇ ਉਹ ਵੀ ਪ੍ਰਭਾਵਿਤ ਹੋਣਗੇ, ਜਿਹੜੇ ਛੋਟੇ ਦੁਕਾਨਦਾਰ ਨੇ ਉਹ ਵੀ ਪ੍ਰਭਾਵਿਤ ਹੋਣਗੇ। ਕੁੱਲ ਮਿਲਾ ਕੇ ਹਰ ਤਬਕਾ, ਹਰ ਧਰਮ ਇਹ ਦੇ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋਣਗੇ। ਇੱਕ ਬਹੁਤ ਖਤਰਨਾਕ ਜਿਹੜੀ ਮੱਦ ਉਹਨਾਂ ਨੇ ਜੋੜੀ ਹੈ ਵਿੱਚ, ਔਰ ਉਹਦੀ ਨੀਅਤ ਤੇ ਸਾਨੂੰ ਸ਼ੱਕ ਜਿਹੜਾ ਮੰਨ ਲਓ ਪੈ ਰਿਹਾ, ਕਿਉਂਕਿ ਰਾਸ਼ਟਰੀ ਵਿਪਤਾ ਦੇ ਰੂਪ ਦੇ ਵਿੱਚ ਕਰੋਨਾ ਜਿਹੜੀ ਹੈਗੀ ਆ ਇਹ ਰਾਸ਼ਟਰੀ ਨਹੀਂ ਅੰਤਰਰਾਸ਼ਟਰੀ ਵਿਪਤਾ ਹੈ। ਜਿਹੜਾ ਮੋਦੀ ਸਰਕਾਰ ਹੈ ਇਹ ਉਸ ਵੇਲੇ ਕਾਨੂੰਨ ਲੈ ਕੇ ਆਈ ਜਦੋਂ ਰਾਸ਼ਟਰੀ ਨਹੀਂ ਅੰਤਰਰਾਸ਼ਟਰੀ ਵਿਪਤਾ ਪਈ ਵੀ ਹੈ ਪੂਰੀ ਮਨੁੱਖਤਾ ਦੇ ਉੱਤੇ। ਇਸ ਕਰਕੇ ਜਿਹੜਾ ਅਸੀਂ ਸਮਝਦੇ ਹਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਪਹਿਲਾ ਵੇਲੇ ਇਹਨਾਂ ਨੇ ਲਿਆਂਦਾ ਹੈ, ਉਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਜਿਹੜਾ ਲਾਇਸੈਂਸ ਦੇ ਦਿੱਤਾ ਇਹਨਾਂ ਨੇ ਮਨੁੱਖਤਾ ਨੂੰ ਲੁੱਟਣ ਦਾ, ਲੋਕਾਂ ਨੂੰ ਲੁੱਟਣ ਦਾ। ਜਿਹੜੀ ਅਗਲੀ ਗੱਲ ਕਰਦੇ ਹਾਂ, ਖੇਤੀ ਵਾਲੇ 2 ਆਰਡੀਨੈਂਸ ਆਏ ਆ, ਜਿਹੜਾ ਮਤਲਬ ਉਹਦਾ ਕੀ ਫੰਡਾ ਹੈਗਾ? ਉਹ ਖੇਤੀ ਵਾਲੇ ਆਰਡੀਨੈਂਸ 2 ਆ। ਇੱਕ ਤਾਂ ਇਹ ਕਹਿ ਰਹੇ ਜੀ ਅਸੀਂ ਮਤਲਬ ਕਿਸਾਨ ਨੂੰ ਖੁੱਲ੍ਹੀ ਮੰਡੀ ਬਣਾਤੀ। ਅੱਗੇ ਮਤਲਬ ਜੇ ਉਹਨੂੰ ਹਰਿਆਣੇ 'ਚ ਵੱਧ ਰੇਟ ਮਿਲਦਾ ਤਾਂ ਉੱਥੇ ਵੇਚ ਆਵੇ, ਰਾਜਸਥਾਨ 'ਚ ਵੱਧ ਰੇਟ ਮਿਲਦਾ ਉੱਥੇ ਵੇਚ ਆਵੇ। ਤੇ ਪਹਿਲਾਂ ਹਾਲਾਂਕਿ ਮੈਨੂੰ ਤਾਂ ਲੱਗਦਾ ਵੀ ਪਹਿਲਾਂ ਵੀ ਇਹੋ ਜਿਹੀ ਕੋਈ ਪਾਬੰਦੀ ਤਾਂ ਹੈ ਨਹੀਂ ਸੀ, ਕਿਉਂਕਿ ਸਾਡਾ ਆਹ ਏਰੀਆ ਕਾਫੀ ਹਰਿਆਣੇ ਦੇ ਵਿੱਚ ਬਾਸਮਤੀ ਵੇਚਣ ਜਾਂਦਾ ਰਿਹਾ, ਕਿਸੇ ਦੀ ਕੋਈ ਰੋਕ ਟਾਪ ਮੈਨੂੰ ਤਾਂ ਲੱਗਦਾ ਵੀ ਹੈ ਨਹੀਂ ਸੀਗੀ। ਪਰ ਪ੍ਰਚਾਰ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਵੀ ਹੁਣ ਅਸੀਂ ਖੁੱਲ੍ਹੀ ਮੰਡੀ ਦੇਤੀ ਕਿਸਾਨ ਨੂੰ, ਇਹ ਦੇਤਾ। ਹਾਲਾਂਕਿ ਇੱਕ ਇਹ ਵੀ ਗੱਲ ਜਿਹੜਾ ਜ਼ਿਕਰ ਆਉਂਦਾ ਹੈ ਵੀ ਅਸੀਂ ਸਾਡਾ ਕਿਸਾਨ ਹੈ ਜਿਹੜਾ ਉਹ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਇਹ ਰੌਲਾ ਵੀ ਪੈ ਰਿਹਾ ਸੀਗਾ ਵੀ ਜਿਹੜਾ ਫਸਲੀ ਚੱਕਰ ਹੈ ਬਦਲਿਆ ਜਾਵੇ। ਕਣਕ ਝੋਨੇ ਦੀ ਫਸਲ ਆ ਵੀ ਇਹਨੇ ਬਰਬਾਦ ਕਰਤਾ ਝੋਨੇ ਨੇ ਪੰਜਾਬ ਨੂੰ, ਉਹਨੂੰ ਬਦਲਿਆ ਜਾਵੇ। ਤੇ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਕੋਲੇ ਹੁਣ ਹੋਰ ਫਸਲਾਂ ਬੀਜੋ, ਵਪਾਰੀ ਤੁਹਾਡੇ ਕੋਲੇ ਭੇਜ ਰਹੇ ਹਾਂ ਜੀ। ਉਹ ਐਕਚੁਅਲੀ ਸਰਕਾਰ ਤਾਂ ਇਹੀ ਕਹਿ ਰਹੀ ਹੈ ਨਾ ਵੀ ਅਸੀਂ ਤੁਹਾਡੇ ਕੋਲ ਖੁੱਲ੍ਹੀ ਮੰਡੀ ਬਣਾਤੀ, ਵਪਾਰੀ ਤੁਹਾਡੇ ਕੋਲ ਕੰਪਨੀਆਂ ਭੇਜ ਰਹੇ ਹਾਂ, ਤੁਸੀਂ ਇਕੱਲੇ ਕਣਕ ਚੌਲ ਕਿਉਂ, ਤੁਸੀਂ ਜਿਹੜਾ ਮਰਜ਼ੀ ਕੁਛ ਬੀਜੋ, ਤੁਹਾਡੀ ਸਾਰੀ ਚੀਜ਼ ਦਾ ਮਾਰਕੀਟਿੰਗ ਹੋਊਗੀ, ਬਿਲਕੁਲ ਐਕਸਪੋਰਟ ਵੱਧ ਜੂਗਾ ਇਹਦੇ ਨਾਲ। ਤੇ ਪਰ ਕਿਸਾਨ ਇਹਨੂੰ ਮੰਨ ਰਿਹਾ ਵੀ ਇਹ ਬਹੁਤ ਜ਼ਿਆਦਾ ਖਤਰਨਾਕ ਬਿੱਲ ਹੈ। ਇਹ ਕੀ ਫੰਡਾ ਹੈਗਾ? ਦੇਖੋ ਜਿਹੜਾ ਵਿਸ਼ੇ ਹੁੰਦੇ ਆ, ਇੱਕ ਰਾਜਾਂ ਦੇ ਵਿਸ਼ੇ ਹੁੰਦੇ ਆ, ਇੱਕ ਸੈਂਟਰ ਦੇ ਵਿਸ਼ੇ ਹੁੰਦੇ ਆ ਜੀ। ਜਿਹੜਾ ਖੇਤੀ ਹੈ ਇਹ ਸਟੇਟ ਸਬਜੈਕਟ ਹੈ ਜੀ। ਜਿਹੜੇ ਸੈਂਟਰਲ ਸਬਜੈਕਟ ਨੇ ਜਿਵੇਂ ਜਿਹੜਾ ਹੈਗਾ ਕਮਿਊਨੀਕੇਸ਼ਨ ਦਾ ਹੋ ਗਿਆ ਅਤੇ ਸੁਰੱਖਿਆ ਦਾ ਹੋ ਗਿਆ, ਰਾਸ਼ਟਰੀ ਸੁਰੱਖਿਆ ਦਾ ਹੋ ਗਿਆ, ਜਾਂ ਜਿਹੜਾ ਹੈਗਾ ਆਪਣੇ ਗ੍ਰਹਿ ਵਿਭਾਗ ਹੋ ਗਿਆ, ਜਾਂ ਜਿਹੜਾ ਹੈਗਾ ਫਾਈਨਾਂਸ ਦਾ ਹੋ ਗਿਆ, ਪੈਸੇ ਨੂੰ ਛਾਪਣਾ, ਜਾਂ ਜਿਹੜਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਇਹ ਰਾਸ਼ਟਰੀ ਲਿਸਟ 'ਚ ਆਉਂਦੇ ਹੈ, ਸੈਂਟਰਲ ਲਿਸਟ 'ਚ ਆਉਂਦੇ ਹੈ। ਅਤੇ ਖੇਤੀ ਸਟੇਟ ਸਬਜੈਕਟ ਹੈ। ਇੱਕ ਕੰਕਰੀਟ ਲਿਸਟ ਹੁੰਦੀ ਹੈ ਜਿਹਦੇ 'ਚ ਜਿਹੜਾ ਹੈਗਾ ਸੂਬੇ ਵੀ ਕਾਨੂੰਨ ਬਣਾ ਸਕਦੇ ਹੈ ਅਤੇ ਸੈਂਟਰ ਗੌਰਮੈਂਟ ਵੀ ਬਣਾ ਸਕਦੀ ਹੈ। ਪਰ ਜਿਹੜਾ ਖੇਤੀ ਦਾ ਵਿਸ਼ਾ ਇਹ ਇੱਕ ਸਟੇਟ ਸਬਜੈਕਟ ਹੈ। ਜਿਹੜਾ ਫੈਡਰਲ ਢਾਂਚੇ ਦੀ ਅਸੀਂ ਗੱਲ ਕਰਦੇ ਹਾਂ, ਇਹ ਸਿੱਧਾ ਫੈਡਰਲ ਢਾਂਚੇ 'ਤੇ ਅਸੀਂ ਸਮਝਦੇ ਹਾਂ ਵੀ ਹਮਲਾ ਕੀਤਾ ਗਿਆ, ਕਿਉਂਕਿ ਜ਼ਿਆਦਾਤਰ ਕਾਨੂੰਨ ਬਣਾਉਣ ਦੇ ਜਿਹੜੇ ਅਧਿਕਾਰ ਹੈ ਉਹ ਸੈਂਟਰ ਆਪਣੇ ਕੋਲ ਲੈ ਕੇ ਜਾ ਰਿਹਾ ਹੈ। ਜਿਸ ਤਰ੍ਹਾਂ ਹੁਣ ਜਿਹੜਾ ਬਿਜਲੀ ਦਾ ਬਿੱਲ ਆ ਰਿਹਾ ਹੈ ਉਹ ਵੀ ਇੱਕ ਤਰੀਕੇ ਨਾਲ ਜਿਹੜਾ ਹੈਗਾ ਸਟੇਟ ਬੇਸਡ ਸੀਗਾ। ਅਤੇ ਇਹ ਖੇਤੀ ਦੇ ਬਿੱਲਾਂ ਦੇ ਉੱਤੇ ਜਿਹੜਾ ਉਹਨਾਂ ਨੇ ਬਿੱਲ ਪਾਸ ਕੀਤੇ ਨੇ ਖੇਤੀ ਦੇ ਮਸਲੇ ਦੇ ਉੱਤੇ, ਇਹ ਸਮਝਦਾ ਪਹਿਲਾਂ ਤਾਂ ਉਹਨਾਂ ਨੇ ਇੱਥੇ ਫੈਡਰਲ ਢਾਂਚੇ ਨੂੰ ਸੱਟ ਮਾਰੀ। ਦੂਸਰਾ ਜਿਹੜਾ ਉਹ ਕਹਿ ਰਹੇ ਆ ਵੀ ਅਸੀਂ ਜੀ ਮੰਨ ਲਓ ਫ੍ਰੀ ਮਾਰਕੀਟ ਕਰ ਦੇਣੀ ਹੈ, ਅਤੇ ਅਸੀਂ ਇਹ ਸਮਝਦੇ ਹਾਂ ਜਿਹੜਾ ਉਹ ਕਹਿ ਰਿਹਾ ਵੀ 1 ਨੇਸ਼ਨ 1 ਐਗਰੀਕਲਚਰ ਮਾਰਕੀਟ, ਮੋਦੀ ਗੌਰਮੈਂਟ ਇਹਦੇ ਝੂਠ ਬੋਲ ਰਹੀ ਹੈ। ਕਿਉਂਕਿ ਜਦੋਂ ਇਸ ਨੂੰ ਬਰੀਕੀ ਨਾਲ ਦੇਖਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ 1 ਨੇਸ਼ਨ 2 ਐਗਰੀਕਲਚਰ ਮਾਰਕੀਟ। ਪੰਜਾਬ ਦੇ ਵਿੱਚ ਜਿੰਨਾ ਪੰਜਾਬ ਦੇ ਅੰਦਰ ਢਾਂਚਾ ਰੈਗੂਲੇਟ ਮੰਡੀਆਂ ਦਾ ਹੈਗਾ ਹੈ, ਦੇਸ਼ ਦੇ ਹੋਰ ਕਿਸੇ ਸਟੇਟ ਦੇ ਅੰਦਰ ਨਹੀਂ ਹੈ। ਲਗਭਗ ਹਰ 5-7 ਕਿਲੋਮੀਟਰ ਦੇ ਘੇਰੇ ਦੇ ਅੰਦਰ ਜਿਹੜਾ ਹੈਗਾ ਰੈਗੂਲੇਟ ਮੰਡੀ ਆਉਂਦੀ ਹੈ, ਔਰ ਲਗਭਗ 1850 ਮੰਡੀਆਂ ਪੰਜਾਬ ਦੇ ਅੰਦਰ ਜਿਹੜਾ ਰੈਗੂਲੇਟ ਮੰਡੀਆਂ ਨੇਗੀਆਂ, ਔਰ ਉਹਦੇ ਵਿੱਚ 152 ਵੱਡੀਆਂ ਗ੍ਰੇਨ ਮਾਰਕੀਟ ਨੇ, ਜਿਹਦੇ ਵਿੱਚ ਖੰਨਾ ਦੀ ਅਨਾਜ ਮੰਡੀ ਆਉਂਦੀ ਹੈ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ। ਉਹਨਾਂ ਦੇ ਜਿਹੜਾ ਹੋਣ ਦੇ ਉੱਤੇ ਇੱਕ ਸਵਾਲ ਖੜਾ ਹੋ ਗਿਆ ਕਿ ਉਹ ਭਵਿੱਖ ਵਿੱਚ ਬਚਣਗੀਆਂ ਕਿ ਨਹੀਂ ਬਚਣਗੀਆਂ। ਜਦੋਂ ਅਸੀਂ ਦੇਖਦੇ ਹਾਂ, ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਫ੍ਰੀ ਮਾਰਕੀਟ, ਹੁਣ ਇਹ ਮਸਲਾ ਹੈਗਾ ਰੈਗੂਲੇਟ ਮਾਰਕੀਟ ਅਤੇ ਫ੍ਰੀ ਮਾਰਕੀਟ ਦੇ ਵਿੱਚ ਜੀ। ਰੈਗੂਲੇਟ ਮਾਰਕੀਟ ਕੀ ਹੈ? ਉਹ ਇੱਕ ਤਰ੍ਹਾਂ ਨਾਲ ਸਟੇਟ ਸਬਜੈਕਟ ਨੂੰ ਜਿਹੜਾ ਹੈਗਾ ਪਾਵਰ ਦਿੰਦੀ ਹੈ ਉਹਨੂੰ ਫਾਈਨੈਂਸ਼ਲੀ ਤੌਰ 'ਤੇ। ਪੰਜਾਬ ਦੇ ਵਿੱਚ ਲਗਭਗ 1850 ਮੰਡੀਆਂ ਨੇ ਜਿਹੜੀਆਂ ਰੈਗੂਲੇਟ ਮੰਡੀਆਂ ਨੇ, ਜਿਹਦੇ ਵਿੱਚ 28,000 ਆੜ੍ਹਤੀ ਹੈ ਜਿਹੜਾ ਹੈਗਾ ਉਹ ਆੜ੍ਹਤ ਦਾ ਕੰਮ ਕਰਦਾ, ਜਿਹਨੂੰ ਪੰਜਾਬ ਸਰਕਾਰ ਨੇ ਲਾਇਸੈਂਸ ਦਿੱਤਾ ਹੈ ਖਰੀਦਣ ਦਾ। ਜਿਹੜੀ ਮਾਰਕੀਟ ਕਮੇਟੀਆਂ ਬਣੀਆਂ ਨੇ
ਉਹ ਜਿਹੜਾ ਹੈਗਾ ਕੰਟਰੋਲ ਕਰਦੇ ਨੇ ਇੱਕ ਤਰ੍ਹਾਂ ਨਾਲ ਆੜ੍ਹਤੀਆਂ ਦੇ ਉੱਤੇ, ਤੇ ਤਾਂ ਕਿ ਜਿਹੜਾ ਹੈਗਾ ਉਹਨਾਂ ਨੂੰ MSP ਦੇ ਉੱਤੇ ਜਿਹੜਾ ਹੈਗਾ ਉਹਦੀ ਖਰੀਦ ਹੋ ਸਕੇ, ਉਹਨਾਂ ਨੂੰ ਹੋਰ ਕੋਈ ਪਾਣੀ ਦਾ ਪ੍ਰਬੰਧ ਹੋ ਸਕੇ, ਲਾਈਟਿੰਗ ਦਾ ਪ੍ਰਬੰਧ ਹੋ ਸਕੇ, ਫੜਾਂ ਦੀ ਸਾਫ਼ ਸਫਾਈ ਹੋ ਸਕੇ। ਇੱਕ ਤਰ੍ਹਾਂ ਨਾਲ ਇਹ ਪੂਰੀ ਤਰ੍ਹਾਂ ਨੈਟਵਰਕ ਕੰਮ ਕਰਦਾ ਹੈ ਜਿਹੜਾ ਸਰਕਾਰੀ ਤੰਤਰ ਦੇ ਨਾਲ ਜੁੜਿਆ ਹੋਇਆ ਹੈ। ਪੰਜਾਬ ਮੰਡੀਕਰਨ ਬੋਰਡ ਨੂੰ ਇਹ ਤੋਂ ਆਮਦਨ ਹੁੰਦੀ ਹੈ, ਲਗਭਗ ਜਿਹੜਾ ਖਰੀਦ ਕਰਦਾ ਹੈ ਫਸਲ ਦੀ, ਉਹ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਟੈਕਸ ਦੇ ਰੂਪ ਦੇ ਵਿੱਚ, ਮਾਰਕੀਟ ਫੀਸ ਦੇ ਰੂਪ ਦੇ ਵਿੱਚ ਪੈਸਾ ਦਿੰਦਾ ਜਿਹੜਾ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਕਿ ਸਾਲ 2019 ਤੇ 2020 ਦੀ ਜਿਹੜੀ ਪਿੱਛੇ ਖਰੀਦ ਹੋਈ ਹੈ ਪਿਛਲੇ ਸਾਲ, ਉਹ ਲਗਭਗ 3720,000 ਕਰੋੜ ਰੁਪਈਆ ਜਿਹੜਾ ਹੈਗਾ ਮਾਰਕੀਟ ਫੀਸ ਦੇ ਰੂਪ ਵਿੱਚ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਗਿਆ। ਉਹਦੇ ਨਾਲ ਕੀ ਹੁੰਦਾ ਗਾ, ਉਹਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਅੰਦਰ ਹਰ ਸਾਲ 72,000 ਕਿਲੋਮੀਟਰ ਸੜਕਾਂ ਦੀ ਰਿਪੇਅਰ ਹੁੰਦੀ, ਜਿਹੜੇ ਪੇਂਡੂ ਲਿੰਕ ਸੜਕਾਂ ਨੇ। ਇਸ ਤੋਂ ਇਲਾਵਾ ਜਿਹੜੀਆਂ ਗਲੀਆਂ ਨਾਲੀਆਂ ਦੀ ਡਿਵੈਲਪਮੈਂਟ ਹੁੰਦੀ ਹੈ। ਜਦੋਂ ਜਿਹੜਾ ਹੈਗਾ ਅਸੀਂ ਫ੍ਰੀ ਮਾਰਕੀਟ ਦੀ ਗੱਲ ਕਰਦੇ ਹਾਂ, ਰੈਗੂਲੇਟ ਮੰਡੀਆਂ ਤੋਂ ਬਾਹਰ ਜਾ ਕੇ ਜਿਹੜਾ ਮੋਦੀ ਸਰਕਾਰ ਨੇ ਕਿਹਾ ਵੀ ਤੁਸੀਂ ਵੇਚ ਸਕਦੇ ਹੋ, ਤੁਹਾਨੂੰ ਵੱਧ ਭਾਅ ਮਿਲੂਗਾ, ਉਹ ਕਿੱਦਾਂ ਕਹਿ ਰਹੇ ਹੈ ਉਹ ਮੈਂ ਸਮਝਾਉਣ ਦਾ ਯਤਨ ਕਰਾਂਗਾ। ਬਾਹਰ ਜਿਹੜਾ ਹੈਗਾ ਜਦੋਂ ਕੋਈ ਪ੍ਰਾਈਵੇਟ ਪਲੇਅਰ ਨੂੰ ਜਿਹੜਾ ਹੈਗਾ ਕਿਸਾਨ ਫਸਲ ਵੇਚੇਗਾ ਤਾਂ ਉੱਥੇ ਇਹ ਗੱਲ ਧਿਆਨ ਰੱਖਣ ਜੋਗਾ ਕਿ ਟੈਕਸ ਕੋਈ ਨਹੀਂ ਹੈ, ਉਹਨਾਂ ਨੂੰ ਕੋਈ ਮਾਰਕੀਟ ਫੀਸ ਨਹੀਂ ਹੈ। ਇਹਦਾ ਮਤਲਬ ਸਿੱਧਾ ਮਤਲਬ ਇਹ ਹੈ ਕਿ ਸਰਕਾਰੀ ਮੰਡੀਆਂ ਦੇ ਵਿੱਚ ਜਿਹੜਾ ਮੰਡੀਕਰਨ ਸਿਸਟਮ ਹੈ ਉਹਦੇ ਵਿੱਚ ਪ੍ਰਤੀ ਕੁਆਂਟਲ 140-45 ਰੁਪਏ ਤੋਂ ਲੈ ਕੇ 175 ਰੁਪਏ ਤੱਕ ਖਰਚੇ ਪੈਂਦੇ ਆ ਮਾਰਕੀਟ ਫੀਸ ਦੇ ਰੂਪ ਦੇ ਵਿੱਚ। ਉਹ ਖਰਚੇ ਉਹਦੇ 'ਚ ਆੜ੍ਹਤੀਆਂ ਦੀ ਫੀਸ ਜਿਹੜਾ ਹੈਗਾ ਕਮਿਸ਼ਨ ਚਲਿਆ ਗਿਆ, ਮਾਰਕੀਟ ਫੀਸ ਚਲੀ ਗਈ ਜਾਂ ਹੋਰ ਖਰਚੇ ਚਲੇ ਗਏ, ਉਹ ਪ੍ਰਤੀ ਕੁਆਂਟਲ 140 ਤੋਂ ਲੈ ਕੇ 170-75 ਰੁਪਏ ਤੱਕ ਪੈਂਦੇ ਹੈ। ਔਰ ਉਹ ਪੰਜਾਬ ਦੇ ਬੁਨਿਆਦੀ ਢਾਂਚਾ ਫੰਡ ਦੇ ਵਿੱਚ ਚਲੇ ਜਾਂਦੇ ਆ, ਉਹ ਸਾਰਿਆਂ ਨੂੰ ਜਿਹੜਾ ਉਹਦਾ ਫਾਇਦਾ ਮਿਲਦਾ ਹੈ। ਔਰ ਉਹ ਕਿਸਾਨ ਦੀ ਜੇਬ ਚੋਂ ਤਾਂ ਕਿਸਾਨ ਦੀ ਜੇਬ ਚੋਂ ਨਹੀਂ ਜਾਂਦੇ, ਉਹ ਜਿਹੜਾ ਵਪਾਰੀ ਆ ਉਹਦੀ ਜੇਬ ਚੋਂ ਜਾਂਦੇ ਆ, ਖਰੀਦਦਾਰ ਦੀ ਜੇਬ ਚੋਂ ਜਾਂਦੇ ਆ। ਪਰ ਮੋਦੀ ਸਰਕਾਰ ਨੇ ਕੀ ਕੀਤਾ, ਪ੍ਰਾਈਵੇਟ ਪਲੇਅਰਾਂ ਨੂੰ ਜਿਹੜਾ ਹੈਗਾ ਟੈਕਸ ਮੁਕਤ ਕਰਤਾ। ਉਹਦੇ ਨਾਲ ਕੀ ਹੋਊਗਾ, ਇੱਕ ਤਾਂ ਜਿਹੜਾ ਆਰਥਿਕ ਤੌਰ ਤੇ ਪੰਜਾਬ ਨੂੰ ਥੋੜਾ ਬਹੁਤਾ ਹਲੂਣਾ ਮਿਲਦਾ ਸੀ, ਉਹ ਜਿਹੜਾ ਹੈਗਾ ਉਹਨੂੰ ਆਰਥਿਕ ਤੌਰ ਤੇ ਸੱਟ ਵੱਜੂਗੀ। ਦੂਜਾ, ਜੇ ਉਹ 1-2 ਸਾਲ ਜਿਹੜਾ ਵਪਾਰੀ ਹੈ, ਕਿਉਂਕਿ ਉਹਨੂੰ ਪ੍ਰਤੀ ਕੁਆਂਟਲ 170-75 ਰੁਪਏ ਤਾਂ ਬਚ ਗਏ ਪਹਿਲਾਂ ਹੀ, ਜੇ ਉਹਦੇ ਚੋਂ 100 ਰੁਪਇਆ ਪ੍ਰਤੀ ਕੁਆਂਟਲ ਕਿਸਾਨ ਨੂੰ ਵੱਧ ਵੀ ਦੇ ਦੇਗਾ ਤਾਂ 70-75 ਰੁਪਏ ਤਾਂ ਉਹਦੇ ਆਪਦੀ ਜੇਬ 'ਚ ਫੇਰ ਵੀ ਚਲੇ ਗਏ। ਇੱਕ ਤਰ੍ਹਾਂ ਨਾਲ ਉਹ 2 ਸਾਲ ਜਿਹੜਾ ਹੈਗਾ, 2 ਜਾਂ 3 ਸਾਲ ਉਹ ਇੱਕ ਤਰ੍ਹਾਂ ਨਾਲ ਚਾਰਟ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਹੈਗਾ ਪੈਸੇ ਦੇਗਾ। ਉਸ ਤੋਂ ਬਾਅਦ ਉਹਦੀ ਲੋਟਾ ਜਿਹੜੀ ਉਹ ਸ਼ੁਰੂ ਕਰੇਗਾ, ਜੀਓ ਵਾਲਾ ਕੰਮ। ਬਿਲਕੁਲ ਜਦੋਂ ਪ੍ਰਤੀ ਕੁਆਂਟਲ ਉਹਨੂੰ 70-75 ਰੁਪਏ ਜਿਹੜਾ ਹੈਗਾ ਬਚਤ ਹੋਊਗੀ, ਟੈਕਸ ਉਹਨੇ ਦੇਣਾ ਕੋਈ ਨਹੀਂ, ਕਿਉਂਕਿ ਉਹ ਕਿਹੜਾ ਰੈਗੂਲੇਟ ਮੰਡੀ ਜਾਂ ਸਰਕਾਰੀ ਮੰਡੀ 'ਚ ਖਰੀਦ ਕਰ ਰਿਹਾ। ਸਰਕਾਰੀ ਮੰਡੀ 'ਚ ਤਾਂ ਮੰਨ ਲਓ ਉਹਨੂੰ ਟੈਕਸ ਲੱਗਣਾ। ਇਸ ਕਰਕੇ ਸਿੱਧੇ ਰੂਪ ਦੇ ਵਿੱਚ ਇਹ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਮੰਡੀਕਰਨ ਸਿਸਟਮ ਦਾ ਭੋਗ ਪੈ ਜਾਊਗਾ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਕਿ ਲਗਭਗ ਪੰਜਾਬ ਦੇ ਮੰਡੀਕਰਨ ਬੋਰਡ ਦੇ ਵਿੱਚ 4000 ਦੇ ਕਰੀਬ ਮੁਲਾਜ਼ਮ ਕੰਮ ਕਰਦਾ, ਉਹ ਜੌਬਲੈਸ ਹੋ ਜਾਊਗਾ। ਇਸ ਤਰ੍ਹਾਂ ਨਾਲ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਮੰਡੀਕਰਨ ਬੋਰਡ ਦੇ ਵਿੱਚ ਇੱਕ ਹੋਰ ਵੀ ਤੁਹਾਡੀ ਗੱਲ ਦੇ ਵਿੱਚ ਮੈਂ ਇਜ਼ਾਫਾ ਕਰ ਦਿਆਂ। ਮੰਡੀਕਰਨ ਬੋਰਡ ਦੇ ਵਿੱਚ ਇੱਕ ਖੇਤੀ ਹਾਦਸੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਰਿਲੀਫ ਮਿਲਦੀ ਸੀ। ਬਿਲਕੁਲ ਉਹ ਵੀ ਵੱਡੀ ਪੱਧਰ ਤੇ ਪੈਸਾ, ਜੇ ਕੋਈ ਖੇਤਾਂ ਦੇ ਵਿੱਚ ਮਜ਼ਦੂਰ ਦੀ ਕਿਸੇ ਦੀ ਮਤਲਬ ਕੋਈ ਅੰਗ ਚਲਿਆ ਜਾਂਦਾ ਸੀ ਜਾਂ ਕੋਈ ਇਸ ਤਰ੍ਹਾਂ ਕਾਫੀ ਵੱਡੀ ਪੱਧਰ ਤੇ ਸਹਾਇਤਾ ਜਿਹੜੀ ਉਹ ਦਿੰਦਾ ਸੀ ਮੰਡੀਕਰਨ ਬੋਰਡ। ਹੁਣ ਉਹਦੇ 'ਚ ਕੀ ਹੈ, ਜਿਹੜਾ ਇਹਨਾਂ ਨੇ ਕਿਹਾ ਵੀ ਜੀ ਅਸੀਂ ਫ੍ਰੀ ਕਰਤਾ, ਉਹ ਦਿੱਲੀ ਜਾ ਕੇ ਵੇਚ ਲਏ, ਬੰਬੇ ਜਾ ਕੇ ਵੇਚ ਲਏ, ਉਹ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਗਮਰਾਹਕੁਨ ਪ੍ਰਚਾਰ ਅਸੀਂ ਸਮਝਦੇ ਹਾਂ। ਕਿਉਂਕਿ ਪੰਜਾਬ ਦੀ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ 80% ਕਿਸਾਨੀ ਹੈ ਜਿਹੜੀ ਉਹ 5 ਏਕੜ ਤੋਂ ਘੱਟ ਦੀ ਹੈ। ਉਹਨਾਂ ਦੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਆੜ੍ਹਤੀਆ ਜਿਹੜਾ ਇੱਕ ਮੰਨ ਲਓ ਰਿਸ਼ਤਾ ਕਿਸਾਨ ਨਾਲ ਹੈਗਾ, ਉਹ ਦੁੱਖ ਦੇ ਸੁੱਖ ਦੇ ਇੱਕ ਤਰ੍ਹਾਂ ਨਾਲ ਬੈਂਕ ਹੈ ਜਿਹੜਾ ਆੜ੍ਹਤੀ ਹੈ ਕਿਸਾਨਾਂ ਦੀ। ਜੇ ਮੰਨ ਲਓ ਰਾਤ ਨੂੰ 12 ਵਜੇ ਵੀ ਕਿਸਾਨ ਨੂੰ ਲੋੜ ਪੈਂਦੀ ਹੈ ਤਾਂ ਉਹ ਆੜ੍ਹਤੀ ਦਾ ਦਰਵਾਜ਼ਾ ਖੜਕਾਉਂਦਾ ਹੈ ਕਿ ਜਿਹੜਾ ਹੈਗਾ ਮੈਨੂੰ ਲੋੜ ਹੈ, ਉਹ ਉਹਦੀ ਜ਼ਰੂਰਤਾਂ ਪੂਰੀਆਂ ਕਰਦਾ ਹੈ। ਪਰ ਇੱਕ ਤਰ੍ਹਾਂ ਨਾਲ ਉਹਦੀ ਫਸਲ ਜਿਹੜੀ ਪਹਿਲਾਂ ਹੀ ਆੜ੍ਹਤੀ ਕੋਲੇ ਮੰਨ ਲਓ ਇੱਕ ਤਰ੍ਹਾਂ ਨਾਲ ਸੇਲ ਹੋ ਜਾਂਦੀ ਹੈ ਤੇ ਇਸ ਕਰਕੇ ਉਹ ਜਦੋਂ ਫਸਲ ਲੈ ਕੇ ਉਹਨਾਂ ਤੋਂ ਅਗਲਾ ਆਪਦਾ ਹਿਸਾਬ ਕਿਤਾਬ ਫਿਰ ਉਹਨੂੰ ਨਿਲ ਕਰਕੇ ਫੇਰ ਤੋੜਦਾ। ਜਿਹੜਾ ਇਹ ਕਹਿੰਦੇ ਨੇ ਵੀ ਦਿੱਲੀ ਲੈ ਜਾਓ ਜਾਂ ਬੰਬੇ ਲੈ ਜਾਓ, ਇਹ ਜਿਹੜਾ MSP ਦਾ ਤੌਖਲਾ ਪ੍ਰਗਟ ਕਰ ਰਹੇ ਆ ਕਿਸਾਨ, ਉਹ ਬਿਲਕੁਲ ਉਹਨਾਂ ਦਾ ਡਰ ਸੱਚ ਹੈ। ਕਿਉਂਕਿ ਰੈਗੂਲੇਟ ਮੰਡੀਆਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਅੰਦਰ MSP ਹੈ, ਬਾਕੀ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਉਹ MSP ਨਹੀਂ ਹੈ, ਨਾ ਉੱਥੇ ਉਸ ਤਰ੍ਹਾਂ ਦਾ ਮੰਡੀਆਂ ਦਾ ਨੈਟਵਰਕ ਹੈ। ਕਿਉਂਕਿ ਮੰਡੀਕਰਨ ਸਿਸਟਮ ਬਾਹਰਲੇ ਸਟੇਟਾਂ ਦੇ ਵਿੱਚ ਕਮਜ਼ੋਰ ਹੈ, ਇਸੇ ਕਰਕੇ ਬਾਹਰ ਜ਼ਿਆਦਾ ਇਸ ਬਿੱਲਾਂ ਦਾ ਵਿਰੋਧ ਨਹੀਂ ਹੋ ਰਿਹਾ। ਵਿਰੋਧ ਪੰਜਾਬ ਤੇ ਹਰਿਆਣਾ 'ਚ ਤਾਂ ਕਰਕੇ ਹੋ ਰਿਹਾ ਕਿਉਂਕਿ ਇੱਥੇ ਪਹਿਲਾਂ ਤੋਂ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹ ਐਲਾਨਦੀ ਹੈ ਸਰਕਾਰ, ਉਹ ਤੋਂ ਘੱਟ ਜਿਹੜਾ ਹੈਗਾ ਕੋਈ ਲੈ ਨਹੀਂ ਸਕਦਾ। ਜੇ ਫਿਰ ਵਧੀਆ ਹੋਵੇ ਤਾਂ ਉਹਨਾਂ ਕਿਸਾਨਾਂ ਦੀ ਤਾਂ ਸਾਡੇ ਨੂੰ ਹਾਲਤ ਬਹੁਤ ਵਧੀਆ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਕਿਉਂਕਿ ਇਹ ਜਿਹੜਾ ਲੈ ਕੇ ਆ ਰਹੇ ਹੈ, ਇਹ ਜਿਹੜਾ ਸਿਸਟਮ ਲੈ ਕੇ ਆ ਰਹੇ ਹੈ, ਇਹ ਫੋਰਨ ਸਿਸਟਮ ਹੈ। ਇਹ ਸਿਸਟਮ ਆਪਣੇ ਫਰਾਂਸ ਦੇ ਵਿੱਚ, ਅਮਰੀਕਾ ਦੇ ਵਿੱਚ ਇਹ ਫੇਲ ਹੋ ਚੁੱਕਿਆ। ਜਿਹੜਾ ਮਾਡਲ ਹੁਣ ਮੋਦੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਇੱਥੇ, ਉੱਥੇ ਕਿਸਾਨਾਂ ਦੀਆਂ ਖੁਦਕਸ਼ੀਆਂ ਵੱਧ ਰਹੀਆਂ ਨੇ। ਅਮਰੀਕਾ ਵਰਗੇ ਵਿਕਸਿਤ ਮੁਲਕ ਦੇ ਵਿੱਚ
ਜਦ ਕਿ ਅਸੀਂ ਤਾਂ ਉਹਨਾਂ ਮੁਲਕਾਂ ਦੀ ਰੀਸ ਵੀ ਨਹੀਂ ਕਰ ਸਕਦੇ। ਜਿਹੜਾ ਮਾਡਲ ਉੱਥੇ ਫੇਲ ਹੋ ਗਿਆ ਉਹਨੂੰ ਇੱਥੇ ਇੰਪਲੀਮੈਂਟ ਕਰਨਾ ਚਾਹੁੰਦੇ ਆ। ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀ ਵੀ ਫ੍ਰੀ ਮਾਰਕੀਟ ਦੀ ਕਿਤੇ ਜਾ ਕੇ ਮਰਜ਼ੀ ਵੇਚ ਦਿਓ, ਕੰਟਰੈਕਟ ਫਾਰਮਿੰਗ ਤੇ ਜਿਹੜਾ ਹੈਗਾ ਉਹ ਬਿੱਲ ਇਹਨਾਂ ਨੇ ਪੇਸ਼ ਕੀਤਾ। ਜੇ ਹੁਣ ਦਿੱਲੀ ਵੇਚਣ ਜਾਊਗਾ ਕੋਈ, ਉਹਦੇ ਜਿਹੜਾ ਹੈਗਾ ਜਦੋਂ MSP ਤੇ ਤੁਸੀਂ ਪੰਜਾਬ 'ਚ ਖਰੀਦਣ ਨੂੰ ਤਿਆਰ ਨਹੀਂ, ਜਿੱਥੇ ਪਹਿਲੇ ਹੀ MSP ਨਹੀਂ ਹੈ ਉੱਥੇ ਜਦੋਂ ਕਿਸਾਨ ਜਾਊਗਾ ਉਹਦੇ ਕਿਰਾਏ ਭਾੜੇ ਦਾ ਕੀ ਬਣੂਗਾ? ਉੱਥੇ ਜਾ ਕੇ ਜਦੋਂ ਲੈ ਕੇ ਚਲੇ ਗਿਆ ਤੁਸੀਂ ਕਹਿੰਦੇ ਅਸੀਂ ਤਾਂ ਇੰਨੇ ਨੂੰ ਲੈਣੀ ਹੈ ਜੀ, ਨਾ ਉਹ ਵਾਪਸ ਲਿਆਉਣ ਜੋਗਾ। ਪੰਜਾਬ ਦੀ ਕਿਸਾਨੀ ਤਾਂ ਆਰਥਿਕ ਤੌਰ ਤੇ ਪਹਿਲਾਂ ਹੀ ਟੁੱਟ ਚੁੱਕੀ ਹੈ ਲਗਭਗ। ਜਿਹੜਾ ਹੈਗਾ ਪਹਿਲਾਂ ਵੀ ਜਿਵੇਂ ਤੁਸੀਂ ਗੱਲ ਕਰਕੇ ਹਟੋ ਕਿ ਹਰਿਆਣੇ ਦੇ ਵਿੱਚ ਜਾ ਕੇ ਬਾਸਮਤੀ ਸਾਡੇ ਕਿਸਾਨ ਭਰਾ ਜਿਹੜੇ ਹੈਗੇ ਆ ਵੇਚਦੇ ਆ, ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਬਾਹਰ ਵੀ ਵੇਚ ਸਕਦਾ ਸੀ, ਪਿੰਡਾਂ 'ਚ ਵੀ ਵੇਚ ਦਿੰਦੇ ਸੀ, ਸਾਂਝ ਹੁੰਦੀ ਸੀ, ਹਰਿਆਣੇ 'ਚ ਵੀ ਵਿਕਦੀ ਸੀ। ਇਹਦੇ 'ਚ ਕੋਈ ਨਵਾਂ ਨਹੀਂ ਕੀਤਾ। ਇਹ ਤਾਂ ਇੱਕ ਤਰ੍ਹਾਂ ਨਾਲ ਲੁੱਟਣ ਦਾ ਜਿਹੜਾ ਹੈਗਾ ਰਾਹ ਖੋਲ੍ਹਿਆ ਮੋਦੀ ਸਰਕਾਰ ਨੇ ਕਿ ਜਿਹੜਾ ਕਾਰਪੋਰੇਟ ਘਰਾਣੇ ਆ ਉਹ ਲੁੱਟ ਸਕਣ। ਜਿਹੜੇ ਆ ਛੋਟੇ ਆਪਾਂ ਕਹਿ ਦਿੰਦੇ ਆ ਵੀ ਆਹ ਆੜਤੀਏ ਆ, ਇਹਨਾਂ ਨੂੰ ਵੀ ਖਤਮ ਕਰਨ ਦਾ ਪੂਰੀ ਤਰ੍ਹਾਂ ਪਲਾਨ ਹੈ ਮੋਦੀ ਗਵਰਨਮੈਂਟ ਦਾ, ਤਾਂ ਕਿ ਜਿਹੜਾ ਹੈਗਾ ਕੋਈ ਬਾਹਲੇ ਲੰਬੀ ਚੌੜੀ ਗੱਲ ਨਾ ਹੋਵੇ। 5-4 ਪਰਿਵਾਰ ਹੋਣ ਦੇਸ਼ ਦੇ ਅੰਦਰ ਜਿਹੜੇ ਪੂਰੇ ਕਾਰਪੋਰੇਟ ਘਰਾਣਿਆਂ ਨੂੰ ਮੈਨੇਜ ਕਰਨ। ਕੰਟਰੈਕਟ ਫਾਰਮਿੰਗ ਕੀ ਹੈਗੀ ਜਿਹੜੀ ਮਤਲਬ ਕਹਿੰਦੇ ਖੇਤੀ ਕੰਪਨੀਆਂ ਇੱਥੇ ਆ ਕੇ ਆਪ ਖੇਤੀ ਕਰਾਉਣਗੀਆਂ? ਕੰਟਰੈਕਟ ਫਾਰਮਿੰਗ ਜਿਹੜਾ ਮੰਨ ਲਓ ਇਹਨਾਂ ਨੇ ਬਿੱਲ ਲੈ ਕੇ ਆਂਦਾ, ਇਹ ਕਹਿੰਦੇ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਭਾਵੇਂ ਜਿਵੇਂ ਉਹ ਆਲੂ ਬਜਾਉਂਦੀਆਂ ਨੇ ਦੁਆਬੇ ਦੇ ਵਿੱਚ ਅਸੀਂ ਦੇਖਿਆ, ਉਹ ਜਿਹੜਾ ਆਪਣੇ ਟਮਾਟਰ ਵੀ ਲਗਾਏ ਸੀਗੇ, ਬਿਲਕੁਲ ਉਹ ਤਜਰਬੇ ਜ਼ਿਆਦਾ ਜਿਹੜਾ ਹੈਗਾ ਸਫਲ ਨਹੀਂ ਰਹੇ। ਉਹਦੇ ਵਿੱਚ ਕਈ ਗੱਲਾਂ ਨੇ ਜਿਹੜੀਆਂ ਉਹ ਸਪਸ਼ਟ ਨਹੀਂ ਹਨ। ਜਿਵੇਂ ਉਹਨਾਂ ਨੇ ਕਿਹਾ ਕਿ ਕੰਟਰੈਕਟ ਫਾਰਮਿੰਗ ਦੇ ਰਾਹੀਂ ਜਿਹੜਾ ਹੈਗਾ ਆਲੂ ਬੀਜੇ ਜਾਣਗੇ ਜਾਂ ਹੋਰ ਚੀਜ਼ਾਂ ਬੀਜੀਆਂ ਜਾਣਗੀਆਂ, ਉਹਨਾਂ ਦੇ ਰੇਟ ਦਾ ਜਿਹੜਾ ਹੈਗਾ ਵੀ ਕੰਪਨੀਆਂ ਤੈਅ ਕਰਨਗੀਆਂ। ਸਰਕਾਰ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਕੰਟਰੈਕਟ ਫਾਰਮਿੰਗ ਦੇ ਰਾਹੀਂ ਜਿਹੜਾ ਕਾਰਪੋਰੇਟ ਘਰਾਣੇ ਆ ਤੇ ਕਿਸਾਨ ਨੇ ਉਹਨਾਂ ਨੂੰ ਆਪਸ ਜਿਹੜਾ ਹੈਗਾ ਡੀਲ ਕਰਨ ਨੂੰ ਛੱਡ ਕੇ ਆਪ ਪਾਸੇ ਨਿਕਲਣਾ ਚਾਹੁੰਦੀ ਹੈ ਸਾਰੇ ਕਾਸੇ ਵੀ ਸਾਡੀ ਜਿਹੜੀ ਅਸੀਂ ਫਾਰਗ ਹੋ ਜਾਈਏ ਤੇ ਜਿਹੜੇ ਮੰਨ ਲਓ ਘਰਾਣੇ ਆ ਵੱਡੇ ਕਾਰਪੋਰੇਟ ਘਰਾਣੇ ਉਹ ਜਿਹੜਾ ਹੈਗਾ ਕਿਸਾਨਾਂ ਨੂੰ ਲੁੱਟ ਲੈਣ। ਹੁਣ ਉਹਦੇ 'ਚ ਕੀ ਹੋਏਗਾ ਕੋਈ ਸਪਸ਼ਟ ਨਹੀਂ ਹੈ ਕਿ ਜਿਹੜਾ ਹੈਗਾ ਉਹਨੇ ਕੋਈ ਆਲੂ ਬਿਜਵਾ ਲਏ ਜਾਂ ਕੋਈ ਹੋਰ ਚੀਜ਼ ਜਿਹੜਾ ਹੈਗਾ ਕਾਰਪੋਰੇਟ ਘਰਾਣੇ ਨੇ ਬਿਜਾ ਲਈ। ਜੇ ਉਹ 'ਤੇ ਕੋਈ ਮੰਨ ਲਓ ਕੁਦਰਤੀ ਕਰੋਪੀ ਪੈ ਗਈ, ਕੋਈ ਮੀਂਹ ਆ ਗਿਆ, ਕੋਈ ਝੱਖੜ ਆ ਗਿਆ, ਕੋਈ ਹਨੇਰੀ ਆ ਗਈ, ਫਸਲ ਖਰਾਬ ਹੋ ਗਈ, ਉਹਦਾ ਜ਼ਿੰਮੇਵਾਰ ਕੌਣ ਹੈ? ਜੇ ਹੁਣ ਮੰਨ ਲਓ ਉਹਨਾਂ ਨੇ ਕਹਿਤਾ ਵੀ ਅਸੀਂ 20 ਰੁਪਏ ਕਿਲੋ ਆਲੂ ਲਵਾਂਗੇ ਜੀ 20 ਰੁਪਏ ਕਿਲੋ ਨੂੰ ਐਗਰੀਮੈਂਟ ਕਰ ਲਿਆ, ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਮੰਦੀ ਆ ਗਈ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਆਲੂ 10 ਰੁਪਏ 8 ਰੁਪਏ ਰੋਲਣ ਲੱਗ ਗਿਆ, ਫਿਰ ਉਹ ਜਿਹੜਾ ਹੈਗਾ ਭੱਜ ਜਾਣਗੀਆਂ ਜਿਹੜੀਆਂ ਕੰਪਨੀਆਂ ਨੇ ਵੀ ਅਸੀਂ ਇੰਨਾ ਮਹਿੰਗਾ ਕਿਉਂ ਖਰੀਦਣਾ, ਸਾਨੂੰ ਬਾਹਰੋਂ ਮਿਲਦਾ ਠੀਕ ਹੈ ਨਾ ਜੀ। ਫਿਰ ਜਿਹੜਾ ਉਸ ਤੋਂ ਬਾਅਦ ਸਭ ਤੋਂ ਅਹਿਮ ਉਹਨਾਂ ਨੇ ਕਿਹਾ ਵੀ ਇਹਦੀ ਸੁਣਵਾਈ SDM ਪੱਧਰ ਦਾ ਅਧਿਕਾਰੀ ਕਰ ਸਕਦਾ। ਉਸ ਤੋਂ ਬਾਅਦ ਤੁਸੀਂ ਕਿਤੇ ਅਪੀਲ ਦਲੀਲ ਨਹੀਂ ਕਰ ਸਕਦੇ। ਹੁਣ ਤੁਸੀਂ ਸੋਚ ਕੇ ਦੇਖੋ ਕਿ ਜਿਹੜਾ ਇੱਕ ਗਰੀਬ ਮਜ਼ਦੂਰ ਕਿਸਾਨ ਹੈ ਉਹਦੀ ਸੁਣਵਾਈ ਦਾ ਜਿਹੜਾ ਹੈਗਾ ਮੰਨ ਲਓ ਛੋਟੇ ਪੱਧਰ ਦੇ ਅਧਿਕਾਰੀ ਨਹੀਂ ਕਰਦੇ, ਪਟਵਾਰੀ ਵੀ ਨਹੀਂ ਸੁਣਦਾ, ਕੰਨ ਵੀ ਨਹੀਂ ਸੁਣਦਾ, ਕਿ ਜਿਹੜਾ SDM ਲੈਵਲ ਦਾ ਅਧਿਕਾਰੀ ਹੈ ਉਹ ਰਿਲਾਇੰਸ ਵਰਗੀਆਂ ਕੰਪਨੀਆਂ ਨੇ ਜਿਹੜੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀ ਸੁਣੂ ਕਿ ਜਿਹੜਾ ਇੱਕ ਗਰੀਬ ਕਿਸਾਨ ਦੀ ਸੁਣੂਗਾ। ਫਿਰ ਉਹ ਅਦਾਲਤਾਂ 'ਚ ਵੀ ਨਹੀਂ ਜਾ ਸਕਦੇ, ਅਪੀਲ ਦਲੀਲ ਵੀ ਨਹੀਂ ਕਿਤੇ ਹੋ ਸਕਦੀ। ਇਸ ਤਰ੍ਹਾਂ ਨਾਲ ਕਿਸਾਨਾਂ ਦੀ ਸੰਘੀ ਨੱਪਣ ਦਾ ਜਿਹੜਾ ਕੰਮ ਹੈ ਉਹ ਮੋਦੀ ਸਰਕਾਰ ਨੇ ਇਹਨਾਂ ਬਿੱਲਾਂ ਰਾਹੀਂ ਕੀਤਾ, ਜਿਹਨੂੰ ਦੇਸ਼ ਦੇ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਇੱਕ ਹੋਰ ਜਿਹੜੀ ਗੱਲ ਆ, ਅਹਿਮ ਗੱਲ ਆ ਤੁਹਾਡੇ ਨਾਲ ਉਹ ਵੀ ਕਰਨੀ ਚਾਹਾਂਗੇ, ਕਿਉਂਕਿ ਤੁਸੀਂ ਦਲਿਤ ਵਰਗ ਦੀ ਨੁਮਾਇੰਦਗੀ ਕਰਦੇ ਹੋ, ਇੱਕ ਦਲਿਤ ਆਗੂ ਵਜੋਂ ਤੁਹਾਡਾ ਜਿਹੜਾ ਮਤਲਬ ਪਿਛਲਾ ਲੰਮਾ ਇਤਿਹਾਸ ਹੈਗਾ, ਤੁਸੀਂ ਬੜੇ ਘੋਲ ਹੈ ਜਿਹੜੇ ਦਲਿਤਾਂ ਦੇ ਲੜੇ ਹੈਗੇ, ਬੜਾ ਲੰਮਾ ਸਮਾਂ ਤੁਸੀਂ ਦਲਿਤ ਵਰਗ ਦੇ ਲਈ ਕੰਮ ਕੀਤਾ ਹੈਗਾ। ਸੋ ਇੱਥੇ ਇੱਕ ਬੜਾ ਵੱਡਾ ਪ੍ਰਚਾਰ ਹੁਣ ਇਹ ਹੋ ਰਿਹਾ ਹੈ ਵੀ ਇਹ ਤਾਂ ਜੀ ਜੱਟਾਂ ਦੇ ਖਿਲਾਫ ਹੈ, ਮਤਲਬ ਕਿਸਾਨਾਂ ਦੇ ਖਿਲਾਫ ਕਹਿ ਦਈਏ, ਜਿੰਨੀ ਉਹਨੂੰ ਪ੍ਰਚਾਰ ਇਸ ਤਰ੍ਹਾਂ ਕੀਤਾ ਜਾ ਰਿਹਾ ਵੀ ਇਹ ਤਾਂ ਜੱਟਾਂ ਦੀ ਜ਼ਮੀਨ ਚਲੀ ਜਾਊਗੀ, ਮਜ਼ਦੂਰ ਨੂੰ ਕੀ ਆ, ਮਜ਼ਦੂਰ ਨੇ ਤਾਂ ਦਿਹਾੜੀ ਵੀ ਕਰਨੀ ਆ, ਉਹ ਚਾਹੇ ਜੱਟ ਦੇ ਖੇਤ 'ਚ ਕਰੀ ਜਾਊ, ਫਿਰ ਕੰਪਨੀਆਂ ਕੋਲੇ ਕਰੀ ਜਾਊ, ਉਹਨੂੰ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ। ਔਰ ਇਸ ਜਿਹੜੀ ਇੱਕ ਜਦੋਜਹਿਦ ਉੱਠੀ ਹੈ ਪੰਜਾਬ ਦੇ ਵਿੱਚ, ਜਿਹਨੂੰ ਅਸੀਂ ਕਿਸਾਨੀ ਸੰਘਰਸ਼ ਕਹਿੰਦੇ ਹਾਂ, ਇਹਦੇ ਵਿੱਚੋਂ ਮਜ਼ਦੂਰ ਵਰਗ ਨੂੰ ਪਾਸੇ ਕਰਨ ਦੇ ਲਈ ਇੱਕ ਅਜਿਹਾ ਪ੍ਰਚਾਰ ਵੀ ਵਿੱਢਿਆ ਗਿਆ ਹੈਗਾ, ਅਜਿਹਾ ਪ੍ਰਚਾਰ ਵੀ ਹੋ ਰਿਹਾ ਹੈਗਾ ਵੀ ਮਜ਼ਦੂਰਾਂ ਨੂੰ ਸਾਥ ਨਹੀਂ ਦੇਣਾ ਚਾਹੀਦਾ, ਕਿਉਂਕਿ ਮਜ਼ਦੂਰਾਂ ਨੂੰ ਤਾਂ ਸਗੋਂ 4 ਪੈਸੇ ਵੱਧ ਮਿਲਣਗੇ ਜਦੋਂ ਕੰਪਨੀਆਂ ਆ ਜਾਣਗੀਆਂ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ, ਇਹ ਜਿਹੜਾ ਪ੍ਰੋਪੋਗੰਡਾ ਹੋ ਰਿਹਾ ਇਹ ਬਿਲਕੁਲ ਗਲਤ ਹੈ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਇਹਨਾਂ ਬਿੱਲਾਂ ਦੇ ਨਾਲ ਇਕੱਲਾ ਕਿਸਾਨ ਨਹੀਂ ਮਾਰਿਆ ਜਾਊਗਾ, ਗਰੀਬ ਜਦੋਂ ਕਿਸਾਨ ਮਾਰਿਆ ਗਿਆ ਤਾਂ ਗਰੀਬ ਨੇ ਤਾਂ ਮਾਰਿਆ ਹੀ ਜਾਣਾ, ਕਿਉਂਕਿ ਜਿਹੜੀ ਪੰਜਾਬ ਦੀ ਆਰਥਿਕਤਾ ਹੈ ਉਹ ਲਗਭਗ 90% ਆਰਥਿਕਤਾ ਜਿਹੜੀ ਸਾਡੀ ਹੈ ਉਹ ਖੇਤੀ 'ਤੇ ਆਧਾਰਿਤ ਹੈ। ਪੰਜਾਬ ਦਾ ਜੇ ਕਿਸਾਨ ਖੁਸ਼ਹਾਲ ਹੋਏਗਾ ਤਾਂ ਪੰਜਾਬ ਦੇ ਜਿਹੜੇ ਬਾਕੀ ਵਰਗ ਨੇ ਉਹ ਖੁਸ਼ਹਾਲ ਹੋਣਗੇ, ਇਹ ਸਿੱਧੀ ਤੇ ਸਪਸ਼ਟ ਗੱਲ ਹੈ। ਜਿਹੜਾ ਇਹ ਪ੍ਰੋਪੋਗੰਡਾ ਕੀਤਾ ਜਾ ਰਿਹਾ ਇਹ ਪੂਰੀ ਤਰ੍ਹਾਂ ਗਲਤ ਹੈ। ਮੈਂ ਤੁਹਾਨੂੰ ਦੱਸਦਾ ਕਿ ਕਿਸ ਤਰ੍ਹਾਂ ਗਲਤ ਹੈ। ਮੋਗੇ ਦੇ ਅੰਦਰ ਇੱਕ ਸੈਲੋ ਪ੍ਰੋਜੈਕਟ ਲਾਇਆ ਗੁਜਰਾਤ ਆਧਾਰਿਤ ਇੱਕ ਵੱਡੀ ਕੰਪਨੀ ਨੇ ਜੀ। ਉਹਦੇ ਵਿੱਚ ਕੀ ਹੈ, ਜਿਹੜਾ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਕਿ ਇਸ ਤਰ੍ਹਾਂ ਦਾ ਇੱਕ ਐਕਟ ਆਉਣ ਵਾਲਾ, ਉਹਨਾਂ ਨੇ ਆਪਦਾ ਪ੍ਰਬੰਧ ਕਰ ਲਿਆ। ਜਿਸ ਤਰ੍ਹਾਂ ਦਾ ਗੁਜਰਾਤ ਦੀ ਕੰਪਨੀ ਨੇ ਮੋਗੇ 'ਚੋਂ ਪ੍ਰੋਜੈਕਟ ਲਾਇਆ,
ਉਸ ਤਰ੍ਹਾਂ ਦੇ ਹੁਣ ਪੰਜਾਬ ਦੇ ਅੰਦਰ ਥਾਂ ਸੈਂਕੜੇ ਪ੍ਰੋਜੈਕਟ ਲੱਗਣਗੇ। ਜੀ ਉਹਦਾ ਕਾਰਨ ਕੀ ਆ? ਉਹ ਮਕੈਨੀਕਲ ਢਾਂਚੇ ਨਾਲ ਜਿਹੜਾ ਹੈਗਾ ਟੋਟਲ ਪ੍ਰੋਜੈਕਟ ਉਹ ਕੰਮ ਕਰੇਗਾ। ਜਿਵੇਂ ਅਸੀਂ ਮੰਡੀ ਦੇ ਵਿੱਚ ਲਗਭਗ ਹਰ ਸਾਲ 3 ਲੱਖ ਪਰਿਵਾਰਾਂ ਦਾ ਪੇਟ ਜਿਹੜਾ ਮੰਨ ਲਓ ਮਜ਼ਦੂਰਾਂ ਦਾ ਭਰਦਾ ਹੈ। 20 ਲੱਖ ਪਰਿਵਾਰ ਨੇ ਜਿਹੜੇ ਕਿਸਾਨਾਂ ਦੇ, ਉਹ ਹਰ ਸਾਲ ਮੰਡੀ ਦੇ ਵਿੱਚ ਆਪਣੀਆਂ ਫਸਲਾਂ ਵੇਚਦੇ ਨੇ ਔਰ 3 ਲੱਖ ਮਜ਼ਦੂਰ ਪਰਿਵਾਰਾਂ ਦਾ ਚੁੱਲ੍ਹਾ ਜਿਹੜਾ ਹੈਗਾ ਜਿਹੜੀਆਂ ਰੈਗੂਲੇਟ ਮੰਡੀਆਂ ਨੇ, ਮੰਡੀਕਰਨ ਬੋਰਡ ਦੀਆਂ, ਉਹਨਾਂ ਦੇ ਸਿਰ ਤੋਂ ਚੱਲਦਾ ਹੈ। ਉਹਦੇ ਵਿੱਚ ਕੀ ਹੈ ਵੀ ਇੱਕ ਆੜ੍ਹਤੀਏ ਕੋਲ ਜਿਹੜਾ 28,000 ਆੜ੍ਹਤੀ ਦੀ ਪਹਿਲਾਂ ਗੱਲ ਕੀਤੀ ਹੈ, ਇੱਕ ਆੜ੍ਹਤੀਏ ਕੋਲ ਘੱਟ ਤੋਂ ਘੱਟ 7 ਤੇ ਵੱਧ ਤੋਂ ਵੱਧ 20 ਮਜ਼ਦੂਰ ਪੱਕੇ ਤੌਰ ਤੇ ਕੰਮ ਕਰਦੇ ਹੈ, ਜਿਨ੍ਹਾਂ ਨੂੰ ਹਰ ਸਾਲ 5 ਤੋਂ 6 ਮਹੀਨੇ ਮੰਡੀਆਂ ਦੇ ਵਿੱਚ ਰੁਜ਼ਗਾਰ ਮਿਲਦਾ ਔਰ ਉਹ ਪ੍ਰਤੀ ਮਹੀਨਾ 15 ਤੋਂ ਲੈ ਕੇ 20,000 ਰੁਪਏ ਕਮਾਉਂਦੇ ਹੈ। ਮੰਡੀ ਦੇ ਵਿੱਚ ਉਹਨਾਂ ਦਾ ਕੰਮ ਕੀ ਹੈ? ਉਹ ਜਿਹੜਾ ਹੈਗਾ ਕਣਕ ਦੀਆਂ ਬੋਰੀਆਂ ਜਾਂ ਅਨਾਜ ਦੀਆਂ ਜਾਂ ਝੋਨੇ ਦੀਆਂ ਬੋਰੀਆਂ ਨੂੰ ਲੋਡ ਕਰਦੇ ਹੈ, ਅਨਲੋਡ ਕਰਦੇ ਹੈ, ਉਹਨਾਂ ਦੀ ਸਿਲਾਈ ਹੁੰਦੀ ਹੈ, ਉਹਨਾਂ ਦੀ ਸਫਾਈ ਹੁੰਦੀ ਹੈ, ਪੈੜ ਸਾਫ਼ ਕੀਤੇ ਜਾਂਦੇ ਹੈ। ਕਪਾਹ ਦਾ ਸੀਜ਼ਨ ਆ ਗਿਆ, ਮੂੰਗੀ ਆ ਗਈ, ਝੋਨਾ ਆ ਗਿਆ, ਕਣਕ ਆ ਗਿਆ, ਭਰਨਾ, ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਤੋਲ ਤਲਈਆ ਵੀ ਕਰਨਾ। ਇਹ ਕੰਮ ਨੇ ਮਜ਼ਦੂਰ ਦੇ। ਜਿਹੜਾ ਹੁਣ ਉਹਨਾਂ ਨੇ ਮੋਗੇ 'ਚ ਸੈਲੋ ਪ੍ਰੋਜੈਕਟ ਲਾਇਆ, ਉੱਥੇ ਜਿਹੜਾ ਹੈਗਾ ਲੇਬਰਲੈਸ ਕਰਤਾ ਬਿਲਕੁਲ ਕੰਮ ਉਹਨਾਂ ਨੇ। ਆਪੀ ਉਹ ਲੋਡ ਕਰਦੀ ਆ ਮਸ਼ੀਨ, ਆਪੀ ਅਨਲੋਡ ਕਰਦੀ ਆ, ਆਪੀ ਸਫਾਈ ਕਰਦੀ ਆ, ਆਪੀ ਬੋਰੀ ਨੂੰ ਸਿਲਾਈ ਕਰਦੀ ਹੈ। ਇਸ ਕਰਕੇ ਜਿਹੜਾ ਹੈਗਾ ਲੇਬਰ ਵੀ ਖਤਮ ਹੋ ਜਾਣੀ ਹੈ। 3 ਲੱਖ ਪਰਿਵਾਰਾਂ ਦਾ ਤੁਸੀਂ ਮਤਲਬ ਸਮਝਦੇ ਹੋ ਵੀ ਜਿਹੜਾ ਹੈਗਾ ਕਿੰਨੇ ਜਿਹੜੇ ਉਹਦੇ ਪਰਿਵਾਰਕ ਮੈਂਬਰ ਉਹਦੇ ਡਿਪੈਂਡ ਕਰਦੇ ਨੇ। ਇਹ ਲੱਖਾਂ ਦੀ ਗਿਣਤੀ ਚਲੀ ਜਾਣੀ ਹੈ। ਅਸੀਂ ਸਮਝਦੇ ਹਾਂ ਕਿ ਮਜ਼ਦੂਰ ਵਰਗ ਨੂੰ ਇਹਨਾਂ ਚਾਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿ ਸਾਡਾ ਇਹਦੇ ਨਾਲ ਕੋਈ ਮਤਲਬ ਨਹੀਂ। ਦੇਖੋ ਜਿਵੇਂ ਪਹਿਲਾਂ ਅਸੀਂ ਜ਼ਰੂਰੀ ਵਸਤਾਂ ਸੋਧ ਬਿੱਲ ਦੀ ਗੱਲ ਕਰਕੇ ਹਟੇ ਹਾਂ। ਜੇ ਮਹਿੰਗਾਈ ਵਧੂਗੀ ਤਾਂ ਇਕੱਲਾ ਕਿਸਾਨ ਨਹੀਂ ਮਾਰਿਆ ਜਾਊਗਾ, ਸਾਰੇ ਵਰਗ ਹੀ ਮਾਰੇ ਜਾਣਗੇ। ਵਪਾਰੀ ਵਰਗ ਵੀ ਮਾਰਿਆ ਜਾਣਾ, ਜਿਹੜਾ ਛੋਟਾ ਵਪਾਰੀ ਉਹ ਵੀ ਮਾਰਿਆ ਜਾਊ, ਦੁਕਾਨਦਾਰ ਉਹ ਵੀ ਮਾਰਿਆ ਜਾਊ, ਦਲਿਤ ਤੇ ਪਛੜੇ ਵਰਗਾਂ ਦਾ ਮਾਰਿਆ ਹੀ ਜਾਣਾ। ਇਸ ਕਰਕੇ ਜਦੋਂ ਕਿਰਤ ਨੂੰ ਖਤਮ ਕਰਨ ਦਾ ਜਿਹੜਾ ਹੈਗਾ ਉਹ ਵੀ ਪ੍ਰਬੰਧ ਮੋਦੀ ਸਰਕਾਰ ਕਰ ਰਹੀ ਹੈ। ਜਿਹੜੇ ਆ ਵੱਡੀਆਂ ਕੰਪਨੀਆਂ ਨੇ, ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ ਵੀ ਮਜ਼ਦੂਰ ਕਹਿੰਦਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਜਿਹੜੇ 22 ਸਤੰਬਰ 2020 ਨੂੰ ਇਹਨਾਂ ਨੇ ਬਿੱਲ ਪਾਸ ਕੀਤੇ ਆ, ਲੇਬਰ ਕੋਡ ਬਿੱਲ, ਉਹਦੇ 'ਚ ਵੀ ਜਿਹੜਾ ਹੈਗਾ ਕਿਰਤ ਨੂੰ ਉਹਨਾਂ ਨੇ ਕਿਰਤੀ ਮਜ਼ਦੂਰਾਂ ਦੇ ਖਿਲਾਫ ਵੀ ਹੱਲਾ ਬੋਲਤਾ ਕਿ ਸ਼ਾਹ ਨਾ ਕੱਢ ਸਕਣ, ਚੂਕ ਨਾ ਸਕਣ। ਜਿਵੇਂ ਉਹਨਾਂ ਨੇ ਕਿਹਾ ਵੀ ਘੱਟੋ ਘੱਟ 60 ਦਿਨ ਪਹਿਲਾਂ ਨੋਟਿਸ ਦੇਣਾ ਪਊ ਜੀ ਤੁਹਾਨੂੰ ਜੇ ਤੁਸੀਂ ਹੜਤਾਲ ਕਰਨੀ ਆ। ਜਿਹੜਾ ਇੱਕ ਹੋਰ ਅਹਿਮ ਬਿੱਲ ਜਿਹੜਾ ਉਹਨਾਂ ਨੇ ਆਪਣੇ ਕੰਪਨੀ ਰਿਲੇਸ਼ਨ ਦੇ ਵਿੱਚ ਲੈ ਕੇ ਆਂਦਾ, ਅਮੈਂਡਮੈਂਟ ਲੈ ਕੇ ਆਂਦੀ ਹੈ। ਪਹਿਲਾਂ ਕੀ ਸੀ ਵੀ ਜਿਹੜੀ ਰੂਲ ਆਫ ਰੈਗੂਲੇਸ਼ਨ ਨੇ, ਸਟੈਂਡਿੰਗ ਆਰਡਰ ਕਹਿੰਦੇ ਇਹਨਾਂ ਨੂੰ, ਲੇਬਰ ਡਿਪਾਰਟਮੈਂਟ ਨੂੰ, ਕਿ ਮਜ਼ਦੂਰਾਂ ਦੇ ਜਿਹੜੇ ਅਧਿਕਾਰ ਨੇ ਸੰਵਿਧਾਨ ਦੇ ਅੰਦਰ ਉਹਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਉਹ ਕਾਨੂੰਨ ਕਿਹਨਾਂ 'ਤੇ ਲਾਗੂ ਹੁੰਦੇ ਸੀ? ਜਿਨ੍ਹਾਂ ਕੰਪਨੀਆਂ ਦੇ ਵਿੱਚ, ਜਿਨ੍ਹਾਂ ਕਾਰਖਾਨਿਆਂ ਦੇ ਵਿੱਚ 100 ਜਾਂ 100 ਤੋਂ ਵੱਧ ਮਜ਼ਦੂਰ ਕੰਮ ਕਰਦਾ ਸੀ, ਉਹਨਾਂ 'ਤੇ ਲਾਗੂ ਹੁੰਦੇ ਸੀ। ਇਹ ਸਰਮਾਏਦਾਰ ਕੀ ਕਰਦੇ ਸੀ? ਇਹ 99 ਮਜ਼ਦੂਰ ਰੱਖ ਲੈਂਦੇ ਸੀ ਇੱਕ ਫਰਮ ਦੇ ਵਿੱਚ, ਤੇ ਇਸੇ ਤਰ੍ਹਾਂ ਦੀਆਂ 5-4 ਫਰਮਾਂ ਖੋਲ੍ਹ ਕੇ ਤਾਂ ਕਿ ਕਾਨੂੰਨ ਤੋਂ ਬਚਿਆ ਜਾ ਸਕੇ, ਸਾਡੇ ਤੇ ਕੋਈ ਜਿਹੜਾ ਹੈਗਾ ਲੇਬਰ ਲਾ ਇੰਪਲੀਮੈਂਟ ਨਾ ਹੋਵੇ। ਉਹ ਜਿਹੜਾ ਹੈਗਾ, ਪਰ ਉਹਦੇ ਨਾਲ ਕੀ ਹੁੰਦੀ ਸੀ? ਉਹਨਾਂ ਨੂੰ ਕੋਸਟ ਬਹੁਤ ਪੈਂਦਾ ਸੀ। ਜਦੋਂ ਕਿਤੇ ਇੱਕ ਫਰਮ ਦੇ ਵਿੱਚ ਜਿਹੜਾ ਹੈਗਾ ਪ੍ਰੋਡਕਸ਼ਨ ਕਰਨੀ, ਕਿੱਥੇ ਇੱਕ ਫਰਮ ਨੂੰ ਕਈ ਥਾਂ 'ਤੇ ਵੰਡ ਦੇਣਾ ਕਾਨੂੰਨ ਤੋਂ ਬਚਣ ਦੇ ਲਈ। ਹੁਣ ਮੋਦੀ ਸਰਕਾਰ ਨੇ ਕੀ ਕੀਤਾ ਕਿ ਉਹਨਾਂ ਨੇ ਕਿਹਾ ਜੀ ਜਿਹੜਾ 100 ਦੀ ਰੇਸ਼ੋ ਆ ਅਸੀਂ ਨੂੰ ਵਧਾ ਕੇ 300 ਕਰ ਰਹੇ ਹਾਂ। 299 ਮਜ਼ਦੂਰ ਜਿਸ ਫੈਕਟਰੀ 'ਚ ਜਾਂ ਜਿਸ ਕਾਰਖਾਨੇ 'ਚ ਕੰਮ ਕਰਨਗੇ, ਉਹ ਲੇਬਰ ਲਾ ਨੇ ਉਹ ਉਹਦੇ 'ਤੇ ਲਾਗੂ ਨਹੀਂ ਹੋਣਗੇ। ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਮੋਦੀ ਸਰਕਾਰ ਇਕੱਲੇ ਨੂੰ ਜਿਹੜਾ ਹੈਗਾ ਮੰਨ ਲਓ ਉਹਨਾਂ ਦੇ ਖਿਲਾਫ ਬਿੱਲ ਪਾਸ ਕਰ ਰਹੀ ਹੈ। ਸਾਨੂੰ ਏਕਾ ਬਣਾ ਕੇ ਚੱਲਣ ਦੀ ਲੋੜ ਹੈ। ਅੱਜ ਮਜ਼ਦੂਰ ਵੀ ਮਾਰਿਆ ਜਾ ਰਿਹਾ ਹੈ, ਅੱਜ ਕਿਸਾਨ ਵੀ ਮਾਰਿਆ ਜਾ ਰਿਹਾ ਹੈ, ਛੋਟਾ ਦੁਕਾਨਦਾਰ ਮਾਰਿਆ ਜਾ ਰਿਹਾ ਹੈ, ਛੋਟਾ ਵਪਾਰੀ ਮਾਰਿਆ ਜਾ ਰਿਹਾ ਹੈ। ਇਸ ਕਰਕੇ ਜਿਹੜਾ ਇਹ ਅਸੀਂ ਸਮਝਦੇ ਹਾਂ ਖੇਤੀ ਆਰਡੀਨੈਂਸ ਉਹਨਾਂ ਨੇ ਮੰਨ ਲਓ ਪਾਸ ਕੀਤੇ, ਸੱਚਮੁੱਚ ਕਿਸਾਨ ਦੇ ਜਿਹੜੇ ਡੈਥ ਵਾਰੰਟ 'ਤੇ ਸਾਈਨ ਨਹੀਂ ਕੀਤੇ, ਮਜ਼ਦੂਰਾਂ ਦੇ, ਛੋਟੇ ਦੁਕਾਨਦਾਰਾਂ ਦੇ, ਵਪਾਰੀ ਵਰਗ ਦੇ ਜਿਹੜਾ ਹੈਗਾ ਡੈਥ ਵਾਰੰਟ 'ਤੇ ਉਹਨਾਂ ਨੇ ਸਾਈਨ ਕਰ ਦਿੱਤੇ ਹੈ। ਇਹਨਾਂ ਹਾਲਾਤਾਂ ਦੇ ਵਿੱਚ ਫਿਰ ਕੀ ਹੋਣਾ ਕੀ ਚਾਹੀਦਾ? ਇਹ ਜਿਹੜਾ ਹੁਣ ਉਹ ਤਾਂ ਹੋ ਗਿਆ, ਜਿਹੜਾ ਕੁਝ ਕਰਨਾ ਸੀ ਉਹਨਾਂ ਨੇ ਪਾਸ ਕਰਤੇ ਉਹ ਤਾਂ ਕਾਨੂੰਨ। ਲੜਾਈ ਕਿਵੇਂ ਹੋਵੇ, ਜੰਗ ਕਿਵੇਂ ਹੋਵੇ? ਦੇਖੋ ਲੜਾਈ ਜਿਹੜੀ ਹੈਗੀ ਆ ਉਹ ਏਕੇ ਦੇ ਨਾਲ ਸੜਕ 'ਤੇ ਆ ਕੇ ਇਹਦਾ ਇੱਕ ਹੱਲ ਹੋ ਸਕਦਾ। ਜਿਸ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਜੀ ਜਿਹੜਾ ਹੈਗਾ ਆਪਣੇ ਪੰਚਾਇਤਾਂ ਜਾਂ ਗ੍ਰਾਮ ਸਭਾਵਾਂ ਜਿਹੜਾ ਹੈਗਾ ਮਤੇ ਪਾਸ ਕਰਨ, ਉਹਨਾਂ ਗੱਲਾਂ 'ਚ ਕੋਈ ਸੱਚਾਈ ਨਹੀਂ ਹੈ। ਕਿਉਂਕਿ ਦੇਸ਼ ਦੀ ਜਿਹੜੀ ਪਾਰਲੀਮੈਂਟ ਹੈ ਉਹਨੇ ਜਿਹੜਾ ਹੈਗਾ ਗ੍ਰਾਮ ਸਭਾ ਨੂੰ ਇੱਕ ਤਰ੍ਹਾਂ ਨਾਲ ਅਧਿਕਾਰ ਦਿੱਤੇ ਹੈ। ਜਿਹੜਾ ਐਕਟ ਪਾਰਲੀਮੈਂਟ ਨੇ ਬਣਾਇਆ ਉਹ ਐਕਟ ਜਾਂ ਜਿਹੜੀ ਪਾਵਰ ਉਹਨੂੰ ਦਿੱਤੀ ਹੈ, ਉਹ ਪਾਵਰ ਪਾਰਲੀਮੈਂਟ ਨੂੰ ਕਿਵੇਂ ਚੈਲੰਜ ਕਰ ਸਕਦੀ ਹੈ? 73ਵੀਂ ਸੰਵਿਧਾਨਕ ਸੋਧ ਰਹੀ ਜਿਹੜਾ ਉਹਨਾਂ ਨੇ ਪੰਚਾਇਤਾਂ ਨੂੰ ਅਧਿਕਾਰ ਦਿੱਤੇ ਹੈ, ਉਹ ਗੱਲ ਵੱਖਰੀ ਹੈ ਕਿ ਜਿਹੜਾ ਹੈਗਾ ਉਹਦਾ ਇੱਕ ਵਿਰੋਧ ਕਰਨ ਦਾ ਤਰੀਕਾ ਹੋ ਸਕਦਾ ਹੈ।
ਜੀ। ਪਰ ਜਿਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਅਸੀਂ ਪੜ੍ਹਦੇ ਹਾਂ ਜੀ। ਕਿ ਜਿਹੜਾ ਹੈਗਾ ਜੀ ਮਤੇ ਪਾ ਕੇ ਸਾਡਾ ਖਹਿੜਾ ਛੁੱਟ ਜਾਊਗਾ ਜਾਂ ਗ੍ਰਾਮ ਸਭਾਵਾਂ ਬਣਾ ਕੇ ਖਹਿੜਾ ਛੁੱਟ ਜਾਊਗਾ। ਇੱਕ ਤਰ੍ਹਾਂ ਨਾਲ ਮੈਂ ਉਹ ਸਮਝਦਾ ਵੀ ਇਹਦੇ ਨਾਲ ਜਿਹੜਾ ਕਿਸਾਨੀ ਘੋਲ ਹੈ ਜਾਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਜਿਹੜਾ ਘੋਲ ਲੜਾਇਆ ਜਾ ਰਿਹਾ ਹੈ 31 ਕਿਸਾਨ ਯੂਨੀਅਨ ਵੱਲੋਂ, ਉਹ ਕਿਤੇ ਨਾ ਕਿਤੇ ਢਿੱਲਾ ਪਊਗਾ। ਸਾਨੂੰ ਇਸ ਤਰ੍ਹਾਂ ਦੇ ਭੁਲੇਖਿਆਂ 'ਚ ਆਉਣ ਦੀ ਲੋੜ ਨਹੀਂ। ਜਿਹੜਾ ਸੰਘਰਸ਼ ਆ ਉਹ ਸਿੱਧਾ ਤੇ ਸਪਸ਼ਟ ਝੰਡੇ ਤੇ ਡੰਡੇ ਨਾਲ ਹੀ ਲੜਿਆ ਜਾਣਾ ਚਾਹੀਦਾ। ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸੋ ਦਰਸ਼ਕੋ, ਬੜੀ ਡਿਟੇਲ ਦੇ ਵਿੱਚ ਆਪਣੀ ਜਿਹੜੀ ਗੱਲਬਾਤ ਅੱਜ ਹੋਈ ਹੈਗੀ ਵੀ ਆਖਰ ਦੇ ਵਿੱਚ ਇਹ ਕਾਨੂੰਨ ਅਸਰ ਹੈ ਕੀ ਨੇਗੇ ਤੇ ਇਹਨਾਂ ਦਾ ਕੀ ਅਸਰ ਪਊਗਾ, ਕਿਸ ਤਰ੍ਹਾਂ ਮਤਲਬ ਇਹ ਇਕੱਲੇ ਕਿਸਾਨਾਂ ਲਈ ਨਹੀਂ ਸਮੁੱਚੇ ਲੋਕਾਂ ਦੇ ਲਈ ਕਹਿ ਸਕਦੇ ਹਾਂ ਆਪਾਂ, ਇਹਦੇ ਨਾਲ ਗਰੀਬ ਵਰਗ ਵੀ ਜ਼ਿਆਦਾਤਰ ਇਹਦੇ ਨਾਲ ਪ੍ਰਭਾਵਿਤ ਹੋਊਗਾ। ਸੋ ਇਹ ਸਾਰੀਆਂ ਗੱਲਾਂ ਅੱਜ ਕੁਲਵੰਤ ਸਿੰਘ ਟਿੱਬਾ ਜੀ ਨੇ ਸਾਨੂੰ ਬੜੀ ਡਿਟੇਲ ਦੇ ਵਿੱਚ ਸਮਝਾਈਆਂ ਨੇ। ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ।